ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰ ਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਾਰੋਂ ਤਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ, ਬੰਦੋਂ ਕੇ ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਉਠਿਓ ਪ੍ਰਾਤ ਚੰਦੂ ਦੁਸ਼ਟ, ਚਿਤਵਤ ਚਿਤ ਗੁਰ ਬਾਤ। ਆਜ ਮਨਾਵਾਂ ਜਿਮ ਚਾਹਾਂ, ਨਾਹੀ ਤਾ ਕਰਹਾਂ ਘਾਤ। ਉਠਿਓ ਪ੍ਰਾਤ ਚੰਦੂ ਦੁਸ਼ਟ, ਚਿਤਵਤ ਚਿਤ ਗੁਰ ਬਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਜੁਗਾਹੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਿਕ, ਹਲਤ ਪਲਤ ਕੇ ਰਖਿਅਕ। ਵਾਲੀਏ ਦੋ ਜਹਾਨ ਸ਼ਬਦਾ ਅਵਤਾਰ। ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਧੰਨ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ,
ਬਾਣੀ ਦੇ ਰਚੈਤਾ ਸਤਿਗੁਰੂ ਕਲਯੁਗ ਜਹਾਜ ਅਰਜੁਨ ਗੁਰੂ ਸਗਲ ਸ੍ਰੇਸ਼ਟ ਲਗਬੇ ਤਰਹੋ। ਐਸੇ ਦੀਨ ਦਿਆਲ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਾਵਨ ਸ਼ਹੀਦੀ ਗੁਰਪੁਰਬ ਮਨਾਉਂਦਿਆਂ ਹੋਇਆਂ ਪਿਛਲੇ ਲਗਾਤਾਰ 4 ਦੀਵਾਨਾਂ ਦੇ ਵਿੱਚੋਂ ਤੇ ਅੱਜ ਦਾ ਇਹ 5ਵਾਂ ਦੀਵਾਨ ਆਪਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਸ਼ਹਾਦਤ ਦੇ ਪ੍ਰਸੰਗਾਂ ਨੂੰ ਸਰਵਣ ਕਰਨਾ ਕੀਤਾ। ਜਿਸ ਤਹਿਤ ਪਿਆਰਿਓ, ਜਿਸ ਤਰ੍ਹਾਂ ਕਿ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਸਤਿਗੁਰੂ ਮਹਾਰਾਜ ਜੀ ਦੇ ਇਹਨਾਂ ਪ੍ਰਸੰਗਾਂ ਦੇ ਵਿੱਚ ਵਰਣਨ ਕਰਨਾ ਕੀਤਾ ਕਿ 5 ਦਿਨ ਸਤਿਗੁਰੂ ਮਹਾਰਾਜ ਇਸ ਪਾਪੀ ਦੀ ਕੈਦ ਦੇ ਵਿੱਚ ਸਨ। ਪਹਿਲਾ ਦਿਨ ਜਿਹੜਾ ਹੈ ਜਦੋਂ ਸਤਿਗੁਰੂ ਮਹਾਰਾਜ ਜਹਾਂਗੀਰ ਦੇ ਕੋਲ ਆਏ ਮਿਲਣ ਵਾਸਤੇ, ਉਹਦੇ ਨਾਲ ਗੱਲਬਾਤ ਹੋਈ। ਉਹਨੂੰ ਮਹਾਰਾਜ ਜੀ ਨੇ ਸ਼ਬਦ ਉਚਾਰਨ ਕਰਕੇ ਸਿੱਖਿਆ ਦਿੱਤੀ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅੱਲਾਏ। ਇਹ ਮਹਾਰਾਜ ਜੀ ਨੇ ਬਚਨ ਕੀਤਾ। ਉਸ ਤੋਂ ਬਾਅਦ ਚੰਦੂ ਕਹਿਣ ਲੱਗਾ, ਬਾਦਸ਼ਾਹ ਤੁਸੀਂ ਚੱਲ ਜਾਓ, ਮੈਂ ਇਹਨਾਂ ਨੂੰ ਮਨਵਾ ਕਰਕੇ ਇਹਨਾਂ ਤੋਂ ਇਹ ਸਜ਼ਾ ਜਿਹੜੀ ਹੈ 2 ਲੱਖ ਦੀ ਮੈਂ ਲੈ ਕਰਕੇ ਵਾਪਸ ਆਵਾਂਗਾ। ਪਹਿਲਾ ਦਿਨ ਪਿਆਰਿਓ ਇੰਜ ਬਤੀਤ ਹੋਇਆ। ਫਿਰ ਦੂਜਾ ਦਿਨ, ਇਸ ਦਿਨ ਇਸ ਪਾਪੀ ਨੇ ਕਹਿ ਦਿੱਤਾ ਕਿ ਸਤਿਗੁਰੂ ਮਹਾਰਾਜ ਜੀ ਨੂੰ ਪ੍ਰਸ਼ਾਦਾ ਪਾਣੀ ਤੋਂ ਵਿਵਰਜਿਤ ਕਰ ਦੇਣਾ ਹੈ ਤੇ ਨਾਲ ਮਹਾਰਾਜ ਜੀ ਨੂੰ ਆਰਾਮ ਕਰਨ ਵਾਸਤੇ ਵੀ ਨਹੀਂ ਦੇਣਾ। ਤੀਜੇ ਦਿਨ ਸਤਿਗੁਰੂ ਮਹਾਰਾਜ ਜੀ ਨੂੰ ਫਿਰ ਇਹਨਾਂ ਨੇ ਜੋ ਹੈ ਜਲ ਚੰਗੀ ਤਰ੍ਹਾਂ ਉਬਾਲ ਕਰਕੇ, ਤਤਾ ਜਲ ਉਹਨੂੰ ਉਬਾਲ ਕਰਕੇ ਮਹਾਰਾਜ ਜੀ ਨੂੰ ਬਿਠਾਇਆ ਗਿਆ। ਸਤਿਗੁਰੂ ਮਹਾਰਾਜ ਅਡੋਲ ਬੈਠੇ ਰਹੇ ਹਨ। ਜਿਹੜਾ ਹੈ ਸਤਿਗੁਰੂ ਮਹਾਰਾਜ ਜੀ ਦੇ ਤਨ ਦੇ ਉੱਤੇ ਪਵਾਇਆ ਗਿਆ, ਜਿਸ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਤਨ ਦੇ ਵਿੱਚ ਪੂਰੇ ਫਲੂਹੇ ਆ ਗਏ। ਫਿਰ ਪਿਆਰਿਓ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਇਹਦਾ ਬਚਨ ਨਹੀਂ ਮੰਨਿਆ ਤਾਂ ਇਸ ਪਾਪੀ ਨੇ ਤਤੀ ਤਵੀ ਮੰਗਵਾ ਕਰਕੇ ਐਨ ਤਤੀ ਤਵੀ ਨੂੰ ਲਾਲੋ ਲਾਲ ਕਰਨਾ ਕੀਤਾ। ਜਿਸ ਤਰ੍ਹਾਂ ਕਿ ਤਾਂਬੇ ਦੀ ਪਾ ਤਵੀ ਹੋਵੇ, ਇਸ ਤਰ੍ਹਾਂ ਤਤੀ ਤਵੀ ਨੂੰ ਤੱਤਾ ਕਰਕੇ ਇਹਨੇ ਬਹੁਤ ਲਾਲੋ ਲਾਲ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਬੁਲਾ ਕਰਕੇ ਸਭ ਤੋਂ ਪਹਿਲੇ ਉਹਦੇ ਉੱਤੇ ਖੜਾ ਕੀਤਾ ਗਿਆ। ਮਹਾਰਾਜ ਦੀਆਂ ਤਲੀਆਂ ਜਿਹੜੀਆਂ ਹਨ ਸੜ ਗਈਆਂ, ਕਿਉਂਕਿ ਤਤੀ ਤਵੀ ਹੈ। ਲੋਹਾ ਜਦੋਂ ਤੱਤਾ ਹੋ ਜਾਵੇ, ਜਦੋਂ ਪਿਆਰਿਓ ਆਪਣਾ ਸਪਰਸ਼ ਹੁੰਦਾ, ਆਪਾਂ ਹੱਥ ਲਾਉਂਦੇ ਆ, ਖਲ ਜਿਹੜੀ ਹੈ, ਚਮੜਾ ਜਿਹੜਾ ਹੈ ਇੱਕਦਮ ਉਹਨੂੰ ਲੱਗ ਜਾਂਦਾ, ਉਤਰ ਜਾਂਦਾ। ਸਤਿਗੁਰੂ ਮਹਾਰਾਜ ਦੀਆਂ ਚਰਨਾਂ ਦੀਆਂ ਤਲੀਆਂ ਜਿਹੜੀਆਂ ਹਨ ਪੂਰੀਆਂ ਸੜ ਗਈਆਂ। ਨਾਲ ਤਤੀ ਤਵੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੂੰ ਬਿਠਾਇਆ ਗਿਆ। ਸਤਿਗੁਰੂ ਮਹਾਰਾਜ ਜੀ ਦੇ ਪੱਠ ਪੂਰੇ ਸੜ ਗਏ ਹਨ, ਪੂਰੇ ਤਨ ਦੇ ਉੱਤੇ ਫਲੂਹੇ ਆ ਗਏ। ਫਲੂਹਿਆਂ ਦੇ ਨਾਲ ਸਤਿਗੁਰੂ ਮਹਾਰਾਜ ਜੀ ਦਾ ਤਨ ਭਰ ਗਿਆ। ਬਹੁਤ ਜ਼ਿਆਦਾ ਇਸ ਪਾਪੀ ਨੇ ਸਤਿਗੁਰੂ ਮਹਾਰਾਜ ਜੀ ਨੂੰ ਯਾਸਾਂ ਦੇ ਤਹਿਤ ਦੁੱਖ ਦਿੱਤਾ, ਤਸੀਹੇ ਦਿੱਤੇ। ਫਿਰ ਵੀ ਸਤਿਗੁਰੂ ਮਹਾਰਾਜ ਜੀ ਨੇ ਇਹਦਾ ਬਚਨ ਜਦੋਂ ਨਹੀਂ ਮੰਨਣਾ ਕੀਤਾ ਤਾਂ ਪਾਪੀ ਕਹਿੰਦਾ ਕੋਈ ਗੱਲ ਨਹੀਂ ਹੈ, ਇਹਨਾਂ ਨੂੰ ਆਪਣਾ ਧਰਮ ਬੜਾ ਪਿਆਰਾ ਹੈ, ਜੇ ਇਹਨਾਂ ਨੂੰ ਮੈਂ ਮਾਰ ਦੇਵਾਂਗਾ ਤਾਂ ਵੀ ਇਹਨਾਂ ਨੇ ਮੇਰਾ ਬਚਨ ਨਹੀਂ ਮੰਨਣਾ। ਮਨ ਵਿੱਚ ਸੋਚਦਾ ਜੇ ਮੈਂ ਇਹਨਾਂ ਦੀ ਧਰਮ ਦੀ ਹਾਨੀ ਕਰ ਦੇਵਾਂਗਾ, ਇਹਨਾਂ ਦਾ ਧਰਮ ਭ੍ਰਸ਼ਟ ਕਰ ਦੇਵਾਂਗਾ, ਹੋ ਸਕਦਾ ਇਹ ਮੇਰਾ ਬਚਨ ਮੰਨ ਲੈਣ। ਇਹੋ ਜੀ ਵਿਉਂਤ ਬਣਾ ਕਰਕੇ ਪਾਪੀ ਨੇ ਕਿਹਾ। ਮਹਾਰਾਜ ਜੀ ਨੂੰ ਸੁਣਾ ਕਰਕੇ ਨੌਕਰਾਂ ਨੂੰ ਕਹਿੰਦਾ ਕਿ ਭਾਈ ਸਵਸਤੇ, ਭਾਵ ਕਿ ਅੱਜ ਦਾ ਦਿਨ ਸ਼ਹਾਦਤ ਵਾਲੀ ਦਿਨ, ਸਵਸਤੇ ਤੁਸੀਂ ਚੱਲ ਜਾਓ ਬੁੱਚੜਖਾਨੇ ਦੇ ਵਿੱਚ, ਜਿੱਥੇ ਗਊ ਦਾ ਵਧ ਕੀਤਾ ਜਾਂਦਾ, ਗਊ ਨੂੰ ਮਾਰਿਆ ਜਾਂਦਾ। ਸਭ ਤੋਂ ਪਹਿਲੀ ਖਲ ਜਿਹੜੀ ਹੈ ਗਊ ਦੀ, ਉਹ ਗਿੱਲੀ ਖਲ ਜਿਹੜੀ ਹੈ, ਗਿੱਲਾ ਚੰਮ ਲਿਆ ਕਰਕੇ ਸਤਿਗੁਰੂ ਮਹਾਰਾਜ ਜੀ ਦਾ ਤਨ ਜਿਹੜਾ ਹੈ ਉਸ ਖਲ ਦੇ ਵਿੱਚ ਮੜਵਾ ਦਿੱਤਾ ਜਾਵੇਗਾ। ਤੇ ਇੰਜ ਮੜਵਾ ਕਰਕੇ ਮਹਾਰਾਜ ਜੀ ਨੂੰ ਆਪਾਂ ਨੇ ਧੁੱਪੇ ਬਿਠਾ ਦੇਣਾ ਤੇ ਜਿਸ ਤਰ੍ਹਾਂ ਖਲ ਜਿਹੜੀ ਹੈ ਧੁੱਪ ਕਰਕੇ ਉਹ ਸਿਕੁੜ ਜਾਵੇਗੀ, ਇਸ ਤਰ੍ਹਾਂ ਇਹਨਾਂ ਦੇ ਅੰਦਰ ਪ੍ਰਾਣ ਵੀ ਸਿਕੁੜ ਜਾਣਗੇ ਤੇ ਸਾਹ ਆਣਾ ਇਹਨਾਂ ਦਾ ਬੰਦ ਹੋ ਜਾਵੇਗਾ, ਦਮ ਘੁੱਟ ਕਰਕੇ ਇਹਨਾਂ ਦੀ ਮੌਤ ਹੋ ਜਾਵੇਗੀ। ਇੰਜ ਮੈਨੇ ਇਹਨਾਂ ਨੂੰ ਸ਼ਹੀਦ ਕਰ ਦੇਣਾ, ਇਹਨਾਂ ਦਾ ਤਨ ਜਿਹੜਾ ਹੈ ਤਨ ਦਾ ਵੀ ਨਾਸ਼ ਹੋ ਜਾਵੇਗਾ ਤੇ ਇਹਨਾਂ ਦਾ ਧਰਮ ਵੀ ਜਿਹੜਾ ਹੈ ਭ੍ਰਸ਼ਟ ਹੋ ਜਾਵੇਗਾ।
ਧਰਮ ਤੋਂ ਖਾਲੀ ਹੋ ਕਰਕੇ ਇਹਨਾਂ ਨੇ ਚੱਲ ਜਾਣਾ ਹੈ, ਮਰ ਜਾਣਾ ਹੈ। ਇਸ ਤਰ੍ਹਾਂ ਪਿਆਰਿਓ ਚੰਦੂ ਪਾਪੀ ਨੇ ਆਪਣੇ ਸਿਪਾਹੀਆਂ ਨੂੰ ਵਚਨ ਕਰਨਾ ਕੀਤਾ। ਇੱਥੋਂ ਤੱਕ ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦੀ ਇਹ ਪਾਵਨ ਕਥਾ, ਇਹ ਇਤਿਹਾਸ ਸ਼ਹਾਦਤ ਦੇ ਪ੍ਰਸੰਗਾਂ ਨੂੰ ਆਪ ਜੀ ਨੇ ਸਰਵਣ ਕਰਨਾ ਕੀਤਾ। ਅੱਜ ਦਾ ਪਿਆਰਿਓ ਅਖੀਰਲਾ ਇਹ ਸ਼ਹਾਦਤ ਦਾ ਦੀਵਾਨ ਹੈ। ਸਤਿਗੁਰੂ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਨਿਮਿਤ ਮਹਾਰਾਜ ਜੀ ਦੀ ਸ਼ਹਾਦਤ ਦੇ ਪ੍ਰਸੰਗਾਂ ਦੀ ਵਿਚਾਰ ਚੱਲ ਰਹੀ ਹੈ। ਆਓ ਪਿਆਰਿਓ ਸਤਿਗੁਰੂ ਮਹਾਰਾਜ ਜੀ ਦੇ ਸ਼ਹਾਦਤ ਦੇ ਪ੍ਰਸੰਗ ਦੇ ਨਾਲ ਆਪਾਂ ਵੀ ਜੁੜਨਾ ਕਰੀਏ। ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਉਠਿਓ ਪ੍ਰਾਤ ਚੰਦ। ਇਹ ਕਹਿ ਕਰਕੇ ਆਪਣੇ ਘਰ ਦੇ ਵਿੱਚ ਜਾ ਕਰਕੇ ਵਿਸ਼ਰਾਮ ਕਰਨਾ ਕੀਤਾ। ਜਦੋਂ ਪਿਆਰਿਓ ਅੱਜ ਦਾ ਦਿਨ ਚੜਿਆ ਤੇ ਇਹ ਪਾਪੀ ਉੱਠਿਆ ਤੇ ਉੱਠਦੇ ਸਾਥ ਹੀ ਸਭ ਤੋਂ ਪਹਿਲੀ ਵਿਚਾਰ ਜਿਹੜੀ ਹੈ ਸਤਿਗੁਰੂ ਮਹਾਰਾਜ ਜੀ ਦੀ ਇਹਦੇ ਮਨ ਵਿੱਚ ਵਿਚਾਰ ਆਈ ਹੈ। ਕਿਉਂਕਿ ਜੋ ਆਪਾਂ ਵੇਖਦੇ ਹਾਂ ਕਿ ਰਾਤਰੀ ਨੂੰ ਸਭ ਤੋਂ ਅਖੀਰਲਾ ਜਿਹੜਾ ਵਿਚਾਰ ਲੈ ਕਰਕੇ ਆਪਾਂ ਵਿਸ਼ਰਾਮ ਕਰਦੇ ਹਾਂ, ਸੌਂਦੇ ਹਾਂ। ਜਦੋਂ ਪਿਆਰਿਓ ਦਿਨ ਚੜ੍ਹਦਾ ਤੁਸੀਂ ਚੇਤੇ ਰੱਖੋ ਉਹ ਵਿਚਾਰ, ਉਹ ਬਚਨ ਜਿਹੜਾ ਸਭ ਤੋਂ ਪਹਿਲੇ ਉੱਠਦੇ ਸਾਥ ਹੀ ਮਨ ਵਿੱਚ ਆ ਜਾਂਦਾ। ਕਹਿਣ ਦਾ ਭਾਵ ਸਾਰੀ ਰਾਤ ਇਹਨੇ ਮਨ ਦੇ ਵਿੱਚ ਫੁਰਨੇ ਬਣਾਈ ਗਿਆ, ਵਿਚਾਰ ਕਰਦਾ ਗਿਆ, ਮੈਂ ਸਤਿਗੁਰੂ ਮਹਾਰਾਜ ਜੀ ਨੂੰ ਕਿੰਜ ਤੰਗ ਕਰਾਂ, ਕਿਸ ਤਰ੍ਹਾਂ ਮੈਂ ਸਤਿਗੁਰੂ ਮਹਾਰਾਜ ਜੀ ਨੂੰ ਮਾਰਾਂ। ਆਜ ਮਨਾਵੋ ਜਿਮ ਚਾਹੋ ਨਾਹੇ ਤਾਂ ਕਰਹੁ ਘਾਤ। ਉੱਠਦੇ ਸਾਥ ਹੀ ਮਨ ਵਿੱਚ ਸੋਚਦਾ ਪਾਪੀ ਕਿ ਅੱਜ ਤਾਂ ਮੈਂ ਸਤਿਗੁਰੂ ਮਹਾਰਾਜ ਜੀ ਨੂੰ ਮਨਾ ਲੈਣਾ ਹੈ। ਜੇ ਮੰਨ ਗਏ ਤਾਂ ਠੀਕ, ਨਹੀਂ ਤਾਂ ਇਹਨਾਂ ਦੇ ਪ੍ਰਾਣਾਂ ਦਾ ਮੈਨੇ ਘਾਤ ਕਰ ਦੇਣਾ। ਚੌਪਈ ਅਤ ਪ੍ਰਿਯ ਧਰਮ ਹਿਰਦੇ ਜਿਸ ਕੇ। ਸੋਚਦਾ ਕਿ ਸਤਿਗੁਰੂ ਮਹਾਰਾਜ ਨੂੰ ਆਪਣੇ ਤਨ ਦੇ ਨਾਲੋਂ ਜ਼ਿਆਦਾ ਆਪਣੇ ਧਰਮ ਦੇ ਨਾਲ ਪ੍ਰੇਮ ਹੈ। ਇਸ ਖੋਵਨ ਹਿਤ ਤਰਾਸ ਕਨੇਰੇ। ਉਹਨਾਂ ਦਾ ਧਰਮ ਨਾਸ਼, ਧਰਮ ਭ੍ਰਸ਼ਟ ਕਰਨ ਵਾਸਤੇ ਮੈਨੇ ਜੋ ਡਰ ਦਿੱਤਾ, ਤਰਾਸ ਦਿੱਤਾ, ਕਰੂੰ ਆਜ ਬਿਦ ਸੁਤਾ ਸਗਾਈ। ਲੱਗਦਾ ਕਿ ਉਹ ਡਰ ਕਰਕੇ ਸਤਿਗੁਰੂ ਮਹਾਰਾਜ ਮੇਰਾ ਬਚਨ ਉਹ ਮੰਨ ਲੈਣਗੇ। ਉਹਨਾਂ ਨੇ ਕਹਿ ਦੇਣਾ ਕਿ ਕੋਈ ਗੱਲ ਨਹੀਂ ਹੈ ਭਾਈ, ਤੇਰਾ ਰਿਸ਼ਤਾ ਮੈਨੂੰ ਮਨਜ਼ੂਰ ਹੈ। ਕਹਿ ਗੋ ਚਰਮ ਦੇਉ ਮਢਵਾਈ। ਜੇ ਮੰਨ ਗਏ ਤਾਂ ਸ਼ਾਦੀ ਹੋਵੇਗੀ, ਭਾਵ ਕਿ ਖੁਸ਼ੀ ਹੋਵੇਗੀ। ਜੇ ਮੇਰਾ ਬਚਨ ਨਹੀਂ ਮੰਨਣਾ ਤਾਂ ਮਹਾਰਾਜ ਜੀ ਨੂੰ ਮੈਂ ਫਿਰ ਗਊ ਦੀ ਖਾਲ ਦੇ ਵਿੱਚ ਮੜ ਕਰਕੇ ਤੇ ਬੁੱਚੜਖਾਨੇ ਦੇ ਵਿੱਚੋਂ ਮੰਗਵਾ ਕਰਕੇ ਮਹਾਰਾਜ ਜੀ ਦੇ ਪੂਰੇ ਤਨ ਨੂੰ ਮੈਨੇ ਉਹਦੇ ਵਿੱਚ ਪੈਕ ਕਰ ਦੇਣਾ ਹੈ, ਮੜ ਦੇਣਾ ਹੈ, ਜਿਸ ਕਰਕੇ ਉਹਨਾਂ ਦੇ ਪ੍ਰਾਣਾਂ ਦਾ ਅੰਤ ਹੋ ਜਾਵੇਗਾ। ਹਿਮ ਚਿਤਵਤ ਪਹੁੰਚਿਓ ਤਹਿ ਆਈ। ਇਸ ਤਰ੍ਹਾਂ ਪਿਆਰਿਓ ਮਨ ਵਿੱਚ ਪਾਪ ਨੂੰ ਚਿਤਵਦਿਆਂ ਹੋਇਆਂ ਇਹ ਪਾਪੀ ਜਿਹੜਾ ਮਹਾਰਾਜ ਜੀ ਦੇ ਕੋਲ ਆ ਗਿਆ। ਬੈਠਿਓ ਦੁਸ਼ਟ ਕ੍ਰੋਧ ਉਪਜਾਈ। ਦੁਸ਼ਟ ਜਿਹੜਾ ਮਨ ਵਿੱਚ ਬਹੁਤ ਅੱਗ ਬਗੂਲਾ ਹੋ ਰਿਹਾ, ਕ੍ਰੋਧ ਜਿਹੜਾ ਉਪਾ ਕਰਕੇ ਮਹਾਰਾਜ ਜੀ ਦੇ ਕੋਲ ਆਇਆ। ਨਿਕਟ ਗੁਰੂ ਕੇ ਬਾਕ ਬਖਾਨਾ। ਆ ਕਰਕੇ ਸਿੱਧਾ ਮਹਾਰਾਜ ਜੀ ਦੇ ਤਾਈ ਇਹਨੇ ਨਿਸ਼ਠੁਰ ਕਠੋਰ ਬਚਨ ਕਰਨੇ ਕੀਤੇ। ਅਬ ਲਓ ਨਾਤਾ ਲਿਹੁ ਮਨ ਮਾਨਾ। ਕਹਿੰਦਾ ਮਹਾਰਾਜ ਹੁਣ ਤੱਕ ਮੇਰਾ ਨਾਤਾ ਜਿਹੜਾ ਹੈ ਆਪ ਜੀ ਨੇ ਨਹੀਂ ਮੰਨਣਾ ਕੀਤਾ, ਲੇਕਿਨ ਅੱਜ ਮੈਂ ਅਖੀਰਲੀ ਵਾਰੀ ਇਹ ਆਪ ਜੀ ਨੂੰ ਦੱਸ ਰਿਹਾ, ਮੇਰੇ ਬੱਚੀ ਦਾ ਨਾਤਾ ਮੰਨ ਲਿਓ। ਸਕਲ ਮੁਲਖ ਮਾਲਿਕ ਅਬਸ਼ਾ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਾਲਾ ਮੁਲਕ ਜਿਹੜਾ ਹੈ, ਸਾਰੇ ਦੇਸ਼ ਦਾ ਮਾਲਕ ਕੌਣ ਹੈ? ਜਹਾਂਗੀਰ ਬਾਦਸ਼ਾਹ। ਤਿਸ ਦੀਵਾਨ ਮੈਂ ਬੈਠਤ ਪਾਹੂ। ਉਹ ਬਾਦਸ਼ਾਹ ਦੇ ਵੱਡੇ ਦੀਵਾਨ ਦੇ ਵਿੱਚ, ਦੀਵਾਨੇ ਖਾਸ ਦੇ ਵਿੱਚ ਮੈਂ ਬੈੰਦਾ ਹਾਂ।
ਮੈਂ ਬਾਦਸ਼ਾਹ ਦਾ ਦੀਵਾਨ ਹਾਂ। ਜਹ ਲਗ ਰਾਜ ਤੁਰਕ ਪਤ ਕੇਰਾ, ਜੇਥੋਂ ਤੱਕ ਇਹ ਤੁਰਕਪਤੀ ਦਾ ਜਹਾਂਗੀਰ ਦਾ ਰਾਜ ਹੈ, ਤਹ ਲਗ ਹੁਕਮ ਚਲਤ ਹੈ ਮੇਰਾ। ਕਿਉਂਕਿ ਜੇਥੋਂ ਤੱਕ ਉਹਦਾ ਹੁਕਮ ਚੱਲਦਾ, ਉਹਦਾ ਦੀਵਾਨੇ ਖਾਸ ਰਹਿਣ ਕਰਕੇ ਮੇਰਾ ਵੀ ਉਥੋਂ ਤੱਕ ਹੁਕਮ ਚੱਲਦਾ ਹੈ, ਮੇਰੀ ਵੀ ਉਥੋਂ ਤੱਕ ਚੱਲਦੀ ਹੈ। ਲੋਕ ਮੈਨੂੰ ਵੀ ਮੰਨਦੇ ਹਨ, ਮੇਰਾ ਵੀ ਬੜਾ ਸਤਿਕਾਰ ਕਰਦੇ। ਰਾਸ ਨਾ ਤਨਕ ਸੋ ਮਨ ਮਹਿ ਜਾਨਾ। ਇਸ ਤਰ੍ਹਾਂ ਪਹਿਲੇ ਤਾਂ ਆਪਣੇ ਬਾਬਤ ਇਹਨੇ ਦੱਸਣਾ ਕੀਤਾ ਕਿ ਮੈਂ ਕੋਈ ਮਾਮੂਲੀ ਬੰਦਾ ਨਹੀਂ ਹਾਂ। ਵੇਖ ਬਾਦਸ਼ਾਹ ਕਿੰਨਾ ਵੱਡਾ ਹੈ, ਮੈਂ ਉਹਦਾ ਦੀਵਾਨ ਹਾਂ, ਤੇ ਤੁਸਾਂ ਨੇ ਰੰਚਕ ਮਾਤਰ ਮੇਰਾ ਤਰਾਸ ਪਹਿ ਨਹੀਂ ਮੰਨਣਾ ਕੀਤਾ। ਕਰਿਓ ਅਨਾਦਰ ਰੰਕ ਸਮਾਨ। ਜਿਸ ਤਰ੍ਹਾਂ ਕੋਈ ਭਿਖਾਰੀ ਦਾ ਆਪਾਂ ਅਨਾਦਰ ਕਰਦੇ ਹਾਂ, ਇਸ ਤਰ੍ਹਾਂ ਤੁਸਾਂ ਨੇ ਮੇਰਾ ਅਨਾਦਰ ਕੀਤਾ ਹੈ। ਸੋ ਫਲ ਅਬ ਲੇਵੋ ਦੁਖ ਘਨੇ। ਉਹ ਜਿਹੜਾ ਫਲ ਆਪ ਜੀ ਨੂੰ ਹੁਣ ਪ੍ਰਾਪਤ ਹੋਣ ਵਾਲਾ, ਅੱਤ ਦਾ ਮੈਂ ਤੁਹਾਨੂੰ ਅੱਜ ਦੁੱਖ ਦੇਣਾ। ਬਿਨਾ ਧਰਮ ਕਰ ਅਬ ਦਿਉ ਹਾਨੇ। ਹਾਲੇ ਤੱਕ ਤਾਂ ਮੈਂ ਤੁਹਾਡੇ ਤਨ ਦੇ ਉੱਤੇ ਵਾਰ ਕਰ ਰਿਹਾ ਸੀ, ਤੁਹਾਡੇ ਤਨ ਦਾ ਘਾਤ ਕਰਨ ਦਾ ਮੈਨੇ ਯਤਨ ਕੀਤਾ। ਧੇਨ ਗਊ ਦਾ ਜੋ ਗਿੱਲੀ ਜੋ ਚਰਮ ਜੋ ਹੈ, ਉਹਦੀ ਖਲ ਜੋ ਹੈ, ਉਹਨੂੰ ਲੈ ਕਰਕੇ ਲਪਟਾਵਹਿ ਜੇਤਿਕ ਤਉ ਢੀਲਾ। ਤੁਹਾਡਾ ਸਰੀਰ ਜਿਹੜਾ ਹੈ, ਉਹ ਸਰੀਰ ਦੇ ਉੱਤੇ ਮੈਨੇ ਉਹਨੂੰ ਚੰਗੀ ਤਰ੍ਹਾਂ ਲਪੇਟ ਦੇਣਾ ਹੈ, ਉਹਦੇ ਵਿੱਚ ਤੁਹਾਨੂੰ ਮੜ ਦੇਣਾ। ਤੁਮ ਆਤਪ ਮਹਿ ਦਿਉ ਬਿਠਾਏ। ਚੰਗੀ ਤਰ੍ਹਾਂ ਤੁਹਾਡੇ ਤਨ ਦੇ ਉੱਤੇ ਲਪੇਟ ਕਰਕੇ, ਗਊ ਦੀ ਪੂਰੀ ਖਲ ਤੁਹਾਨੂੰ ਲਪੇਟ ਕਰਕੇ ਚੰਗੀ ਤਰ੍ਹਾਂ ਮੈਨੇ ਸਿਉਂ ਦੇਣਾ ਹੈ, ਤੇ ਅੰਦਰ ਦੀ ਹਵਾ ਬਾਹਰ ਨਾ ਜਾਵੇ। ਇੰਜ ਕਰਕੇ ਫਿਰ ਮੈਂ ਤੁਹਾਨੂੰ ਆਤਪਦ ਭਾਵ ਕੇ ਧੁੱਪ ਦੇ ਵਿੱਚ ਜਾ ਕਰਕੇ ਬਿਠਾ ਦੇਣਾ। ਸੁਸਕਹਿ ਪ੍ਰਾਨ ਤੋਹਿ ਬਿਨਸਾਏ। ਜਦੋਂ ਧੁੱਪ ਦੇ ਵਿੱਚ ਬਿਠਾਇਆ ਜਾਵੇਗਾ ਤੇ ਇਹ ਚੰਮ ਜਿਹੜੀ ਹੈ, ਕਿਉਂਕਿ ਗਿੱਲਾ ਚੰਮ ਖਲ ਜਿਹੜੀ ਹੁੰਦੀ ਨਾ ਪਿਆਰਿਓ, ਜਦੋਂ ਤੱਕ ਗਿੱਲੀ ਹੁੰਦੀ ਹੈ ਉਹ ਨਰਮ ਹੁੰਦੀ, ਲੇਕਿਨ ਇੱਕ ਵਾਰੀ ਸੁੱਕ ਜਾਵੇ ਤੇ ਉਹ ਸੁੱਕੜ ਜਾਂਦੀ ਹੈ, ਇੱਕਦਮ ਸੰਕੁਚਿਤ ਹੋ ਜਾਂਦੀ ਹੈ। ਕਹਿੰਦਾ ਕਿ ਇੰਜ ਲਪੇਟ ਕਰਕੇ ਮੈਂ ਤੁਹਾਨੂੰ ਜਦੋਂ ਧੁੱਪੇ ਬਿਠਾ ਦਵਾਂਗਾ, ਤੇ ਆਪ ਜੀ ਨੋਟ ਕਰੋ ਕਿ ਧੁੱਪ ਦੇ ਵਿੱਚ ਖਲ ਜਿਹੜੀ ਆ ਬਹੁਤ ਛੇਤੀ ਸੁੰਗੜ ਜਾਂਦੀ ਹੈ, ਸ਼ਿਸ਼ਕ ਜਾਂਦੀ ਹੈ। ਕਹਿੰਦਾ ਮੈਂ ਜਦੋਂ ਧੁੱਪੇ ਬਿਠਾਵਾਂਗਾ, ਉਹ ਖਲ ਜਿਹੜੀ ਹੈ ਇੱਕਦਮ ਸੁੱਕੜ ਜਾਵੇਗੀ। ਜਿਸ ਤਰ੍ਹਾਂ ਇਹ ਖਲ ਨੇ ਸੁੱਕੜਨਾ ਹੈ, ਸੰਕੁਚਿਤ ਹੋਣਾ, ਤੁਹਾਡੇ ਪ੍ਰਾਣ ਉਸ ਤਰ੍ਹਾਂ ਹੌਲੇ ਹੁੰਦੇ ਜਾਣਗੇ। ਨਾਲ ਤੁਹਾਡੇ ਇਹ ਫਲੂਹੇ ਜਿਹੜੇ ਹਨ, ਇਹਨਾਂ ਨੇ ਵੀ ਖੁਦ ਬਾ ਖੁਦ ਫੁੱਟਦੇ ਜਾਣਾ ਹੈ, ਤੁਹਾਨੂੰ ਬਹੁਤ ਜ਼ਿਆਦੀ ਪੀੜਾ ਹੋ ਜਾਵੇਗੀ, ਤੇ ਸਾਹ ਨਾ ਆਉਣ ਕਰਕੇ, ਦਮ ਘੁੱਟਣ ਕਰਕੇ ਤੁਹਾਡੀ ਮੌਤ ਹੋ ਜਾਵੇਗੀ। ਤੁਹਾਡੇ ਤਨ ਦਾ ਵੀ ਘਾਤ ਹੋ ਜਾਵੇਗਾ, ਤੁਹਾਡਾ ਧਰਮ ਵੀ ਮੈਂ ਭ੍ਰਸ਼ਟ ਕਰ ਦੇਣਾ ਹੈ, ਖਤਮ ਕਰ ਦੇਣਾ ਹੈ। ਪੁਨਹ ਪਠਾਉ ਆਪਨ ਸਿਪਾਹੀ। ਫਿਰ ਬਸ ਇੱਥੋਂ ਤੱਕ ਨਾ ਸਮਝੋ ਕਿ ਇੱਥੇ ਮੇਰਾ ਖੇਲ ਖਤਮ ਹੋ ਗਿਆ। ਤੁਹਾਨੂੰ ਮਾਰ ਮੁਕਾ ਕਰਕੇ ਆਪਣੇ ਸਿਪਾਹੀਆਂ ਨੂੰ ਤੁਹਾਡੇ ਘਰ ਭੇਜਣਾ ਹੈ। ਘਰ ਕੋ ਲੂਟ ਲੈਹ ਧਨ ਪਾਹੀ। ਤੁਹਾਡਾ ਸਾਰਾ ਘਰ ਘਾਟ ਮੈਨੇ ਲੁੱਟ ਲੈਣਾ, ਤੁਹਾਡਾ ਸਾਰਾ ਧਨ ਜਿਹੜਾ ਹੈ ਮੈਨੇ ਉਹਨੂੰ ਵੀ ਲੁੱਟ ਲੈਣਾ। ਕਹਿ ਲੈਹ ਤਬ ਨੰਦਨ ਤੇਰਾ। ਮੇਰੇ ਸਿਪਾਹੀਆਂ ਨੇ ਜਾ ਕਰਕੇ ਤੁਹਾਡੇ ਨੰਦਨ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਫੜ ਲੈਣਾ। ਇਸੀ ਰੀਤ ਕੇ ਕਸ਼ਟ ਵੱਡੇ। ਜਿਸ ਤਰ੍ਹਾਂ ਆ ਤੁਹਾਨੂੰ ਮੈਨੇ ਕਸ਼ਟ ਦਿੱਤਾ ਨਾ, ਇਸ ਤਰ੍ਹਾਂ ਹੀ ਤੁਹਾਡੇ ਪਰਿਵਾਰ ਦੇ ਨਾਲ, ਤੁਹਾਡੇ ਪਰਿਵਾਰ ਦੇ ਉੱਤੇ, ਤੁਹਾਡੇ ਬੱਚੇ ਦੇ ਉੱਤੇ ਗਿਣਤ ਮੈਨੇ ਕਸ਼ਟ ਦੇ ਕਰਕੇ ਕਰਉ ਘਾਤ ਨਹਿ ਜੀਵਤ ਛੋੜੈ। ਉਹਨਾਂ ਸਾਰਿਆਂ ਨੂੰ ਮੈਨੇ ਜਿਉਂਦਾ ਨਹੀਂ ਛੱਡਣਾ ਹੈ, ਸਾਰਿਆਂ ਦਾ ਘਾਤ ਕਰ ਦੇਣਾ, ਸਾਰਿਆਂ ਨੂੰ ਖਤਮ ਕਰ ਦੇਣਾ। ਬਿਨਾ ਬੰਸ ਕਰਹੁ ਦੁਖ ਘੋਰੈ। ਬਹੁਤ ਤੁਹਾਡਾ ਵੰਸ਼ ਤਾਂ ਵੱਡਾ ਹੈ ਨਾ, ਤੁਹਾਡੀ ਵੰਸ਼ਤਾ ਹੀ ਮੈਂ ਨਾਸ਼ ਕਰ ਦੇਣਾ, ਸਰਵਨਾਸ਼ ਕਰ ਦੇਣਾ। ਨਾਹਿਤ ਨਾਤਾ ਮਾਨੁਆ। ਫਿਰ ਕਹਿੰਦਾ ਮਹਾਰਾਜ ਕਾਦੇ ਵਾਸਤੇ ਇੰਨਾ ਹੱਠ ਕਰਦੇ ਹੋ, ਤੁਸੀਂ ਵੀ ਮਰ ਜਾਣਾ, ਪਰਿਵਾਰ ਵੀ ਤੁਹਾਡਾ ਖਤਮ ਹੋ ਜਾਣਾ, ਹਾਲੇ ਵੀ ਕੁਛ ਨਹੀਂ ਵਿਗੜਿਆ, ਮੇਰੇ ਬੱਚੀ ਦਾ ਨਾਤਾ ਰਿਸ਼ਤਾ ਮੰਨ ਲਿਓ। ਬਚੈ ਪ੍ਰਾਨ ਸਭ ਸੁਧਰਹਿ ਕਾ। ਬਸ ਇੱਕ ਤੁਹਾਡੀ ਜ਼ਿੱਦ ਦੇ ਪਿੱਛੇ ਇੰਨਾ ਵੱਡਾ ਨੁਕਸਾਨ, ਜੇ ਮੇਰਾ ਬਚਨ ਮੰਨ ਲਿਆ ਤੁਹਾਡੇ ਪ੍ਰਾਣ ਵੀ ਬਚ ਜਾਣਗੇ, ਸਾਰਾ ਕੰਮ ਜਿਹੜਾ ਹੈ ਵਿਵਸਥਿਤ ਹੋ ਜਾਵੇਗਾ। ਇੱਕ ਦਮ ਅੱਤ ਦੀ ਗਮੀ ਤੋਂ ਆਪਾਂ ਅੱਤ ਦੇ ਆਨੰਦ ਵਿੱਚ ਪਹੁੰਚ ਜਾਣਾ ਹੈ। ਸੁਲਹੀ ਸੁਲਭੀ ਪ੍ਰਿਥਿਆ ਮਰਿਓ। ਨਾਲ ਯਾਦ ਕਰਵਾਉਂਦਾ ਮਹਾਰਾਜ, ਐਤਕੀ ਪਾਲਾ ਤੁਹਾਡਾ ਨਾ ਮੇਰੇ ਨਾਲ ਪਿਆ, ਕਿਉਂਕਿ ਤੁਹਾਨੂੰ ਮਾਰਨ ਵਾਸਤੇ ਸੁਲਹੀ ਗਿਆ। ਤੁਸਾਂ ਨੇ ਬਚਨ ਕਰ ਦਿੱਤਾ ਨਾ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੈ ਸੁਲਹੀ ਹੋਏ।
ਮੂਆ ਨਾ ਪਾਕ। ਭਾਵ ਕੇ ਸੁਲਹੀ ਜਦੋਂ ਆਇਆ ਸੀ, ਨਾ ਪਾਕ ਮੌਤ ਦੇ ਨਾਲ ਮਰ ਗਿਆ, ਸੁਲੱਭੀ ਖਾਨ ਵੀ ਮਰ ਗਿਆ। ਤੁਹਾਡਾ ਭਰਾ ਜਿਹੜਾ ਹੈ, ਜਿਹਨੇ ਆਰੰਭਤਾ ਕੀਤੀ ਸੀ, ਸ਼ੁਰੂਆਤ ਕੀਤੀ, ਇਹਦੀ ਵਿਚਾਰ ਪਿਆਰਿਓ ਆਪਾਂ ਬਾਅਦ ਵਿੱਚ ਕਰਨੀ ਹੈ ਮਹਾਰਾਜ ਜੀ ਦੇ ਸ਼ਹਾਦਤ ਦੇ ਪ੍ਰਸੰਗ ਦੀ, ਕਿ ਔਰ ਵੀ ਕੀ ਕਾਰਨ ਸਨ। ਪ੍ਰਿਥੀਆ ਜਿਹੜਾ ਹੈ ਉਹ ਵੀ ਜਿਹੜਾ ਵੈਰ ਕਰਦਾ ਕਰਦਾ ਮਰ ਗਿਆ, ਖੱਪ ਗਿਆ। ਕਰੇ ਜਤਨ ਤੂੰ ਹਾਥ ਨਾ ਪਰਿਓ। ਬੜਾ ਇਹਨਾਂ ਨੇ ਯਤਨ ਕਰਨਾ ਕੀਤਾ, ਲੇਕਿਨ ਤੁਸੀਂ ਇਹਨਾਂ ਦੇ ਹੱਥੇ ਨਹੀਂ ਆਏ। ਚਹਿਤ ਗਏ ਮਰ ਪੂਜੀ ਨਾ ਆਸਾ। ਇਹ ਮਰ ਗਏ, ਤੁਹਾਨੂੰ ਮਾਰਨਾ ਚਾਹੁੰਦੇ, ਲੇਕਿਨ ਇਹ ਆਪ ਮਰ ਗਏ, ਇਹਨਾਂ ਦੀ ਆਸਾ ਪੂਰਨ ਨਹੀਂ ਹੋਈ ਹੈ। ਮੈਂ ਅਬ ਕਰਹੁ ਤੋਰ ਬਿਨਾ। ਕਹਿੰਦਾ ਸ਼੍ਰੀ ਅਰਜਨ ਬਲਕੇ ਭਰੋਸ ਉਰ ਭੂਲਾ। ਨਾਲ ਇੱਕ ਹਲਕੀ ਜੀ ਆਵਾਜ਼ ਦੇ ਵਿੱਚ ਕਹਿੰਦਾ ਕਿ ਤੁਹਾਨੂੰ ਕਿਹਦਾ ਬਲ ਹੈ, ਕਿਹਦਾ ਭਰੋਸਾ ਹੈ, ਜਿਸ ਕਰਕੇ ਇੰਨੇ ਆਕੜੇ ਬੈਠੇ ਹੋ। ਮਮ ਸੰਭਲੀ ਕੇਰ ਪ੍ਰਤਪੂਲਾ। ਮੇਰੇ ਵਰਗਾ ਮਹਾਬਲੀ, ਇੰਨਾ ਵੱਡਾ ਦੀਵਾਨ ਬਾਦਸ਼ਾਹ ਦੇ ਕੋਲ ਸਿੱਧੀ ਮੇਰੀ ਚੱਲਦੀ ਹੈ, ਸਿੱਧਾ ਮੈਂ ਉਹਦੇ ਫੈਸਲੇ ਵਿੱਚ ਦਖਲ ਕਰਦਾ, ਤੇ ਤੁਸੀਂ ਮੇਰੇ ਪ੍ਰਤੀਕੂਲ ਬਣ ਗਏ। ਕਹਿ ਪੋ ਅਹ ਸੋ ਕਹੋ ਅਬ ਸਮ। ਹੁਣ ਵੀ ਵੇਖੋ ਸਮਾਂ ਨਹੀਂ ਵਿਗੜਿਆ, ਜਦੋਂ ਮਰ ਜਾਓਗੇ, ਖਤਮ ਹੋ ਜਾਓਗੇ, ਫਿਰ ਕਹਿਣ ਦਾ ਕੀ ਫਾਇਦਾ। ਹਾਲੇ ਵੀ ਕੁਝ ਨਹੀਂ ਵਿਗੜਿਆ, ਹਾਲੇ ਵੀ ਕਹਿ ਦਿਓ ਤੁਰੰਤ ਤੁਹਾਡਾ ਉਪਚਾਰ ਕਰਾ ਦਵਾਂਗਾ, 2-4 ਦਿਨ ਦੇ ਵਿੱਚ ਠੀਕ ਹੋ ਜਾਓਗੇ, ਤੇ ਫਿਰ ਆਨੰਦ ਹੋ ਜਾਵੇਗਾ। ਜੇ ਨਹੀਂ ਮੰਨੋਗੇ ਤੇ ਤੁਹਾਡੇ ਪ੍ਰਾਣਾਂ ਦਾ ਘਾਤ ਹੋ ਜਾਵੇਗਾ। ਜਬ ਲਗ ਮੈਂ ਬੂਝਤ ਕਰ ਛੇਮੋ। ਪਾਪੀ ਕਹਿੰਦਾ ਹੁਣ ਵੀ ਮੈਂ ਤੁਹਾਨੂੰ ਮਾਫ ਕਰਨਾ ਚਾਹੁੰਦਾ ਹਾਂ। ਸ਼ਿਮਾ ਦੇ ਘਰ ਦੇ ਵਿੱਚ ਆ, ਤੁਸੀਂ ਮਾਫੀ ਮੰਗ ਲਿਓ, ਮੇਰਾ ਬਚਨ ਮੰਨ ਲਿਓ, ਤੁਹਾਨੂੰ ਮਾਫ ਕਰ ਦਿੱਤਾ, ਨਹੀਂ ਤਾਂ ਤੁਹਾਨੂੰ ਇਸ ਤੋਂ ਬਾਅਦ ਤੁਹਾਨੂੰ ਨਹੀਂ ਛੱਡਣਾ ਹੈ। ਸ਼੍ਰੀ ਅਰਜਨ ਸੁਨ ਕਰ ਸਭ ਸ਼ਰਾਬ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਜੋ ਬਕਬਾਦ ਕਰ ਰਿਹਾ ਸੀ, ਵਿਅਰਥ ਬੋਲ ਰਿਹਾ, ਸਤਿਗੁਰੂ ਮਹਾਰਾਜ ਜੀ ਨੇ ਐਨ ਸ਼ਾਂਤੀ ਨੂੰ ਧਾਰਨ ਕਰਕੇ ਇਹਦਾ ਬਚਨ ਸੁਣਿਆ। ਬੋਲੇ ਬਾਕ ਜਿਨਹੂ ਕਿਤ ਭਾਉ ਨਾ। ਕਵੀ ਰਾਜ ਕਹਿੰਦੇ ਹਨ ਜਿਨ੍ਹਾਂ ਨੂੰ ਕੋਈ ਡਰ ਨਹੀਂ ਹੈ, ਕਿਉਂਕਿ ਮਹਾਰਾਜ ਜੀ ਨੇ ਉਹਦਾ ਸਿਮਰਨ ਕਰਨਾ ਕੀਤਾ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਹੜਾ ਪਿਆਰਿਓ ਨਿਰਭਉ ਦਾ ਆਰਾਧਨ ਕਰਦਾ, ਉਪਾਸ਼ਕ ਬਣ ਜਾਂਦਾ, ਉਹਦੇ ਮਨ ਦੇ ਵਿੱਚੋਂ ਸਾਰਿਆਂ ਦਾ ਭੈ ਜਿਹੜਾ ਚੱਲ ਜਾਂਦਾ। ਨਿਰਭੀਕ ਸਤਿਗੁਰੂ ਮਹਾਰਾਜ ਜੀ ਨੇ ਬੇਬਾਕੀ ਦੇ ਨਾਲ ਇਹਦੇ ਤਾਈਂ ਬਚਨ ਕੀਤਾ। ਅਬ ਹਮ ਰਾਵੀ ਚਹਿ ਇਸ਼ਨਾਨ। ਸਤਿਗੁਰੂ ਜੀ ਕਹਿਣ ਲੱਗੇ, ਪਾਪੀਆ ਅਸੀਂ ਰਾਵੀ ਦੇ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਹਾਂ। ਸੇਵਕ ਪੰਚ ਸੰਗ ਦੇਹੁ ਜਾ। ਆ ਜਿਹੜੇ 5 ਸੇਵਕ ਭਾਈ ਵਿਧੀ ਚੰਦ ਜੀ, ਪਿਰਾਣਾ ਜੀ, ਲੰਗਾ ਜੀ, ਪੈੜਾ ਜੀ ਤੇ ਜੇਠਾ ਜੀ, ਇਹ 5 ਸਿੱਖਾਂ ਨੂੰ ਸਾਡੇ ਨਾਲ ਦਿੱਤਾ ਜਾਵੇ। 5 ਦਿਵਸ ਬੀਤੇ ਇਸ ਭਾਂਤੀ। 5 ਦਿਨ ਜਿਹੜੇ ਹਨ ਇਸ ਤਰ੍ਹਾਂ ਹੀ ਬਗੈਰ ਇਸ਼ਨਾਨ ਦੇ ਸਾਡੇ ਬਤੀਤ ਹੋ ਗਏ। ਗਈ ਸਜ਼ਾਏ ਅਗਨ ਸਮਤਾਤੀ। ਸਤਿਗੁਰੂ ਜੀ ਕਹਿੰਦੇ, ਪਾਪੀਆ ਕਿੰਨੀ ਜ਼ਿਆਦੀ ਤੂਨੇ ਸਜ਼ਾ ਦੇ ਦਿੱਤੀ ਹੈ, ਸਜ਼ਾ ਦੇ ਕਰਕੇ ਅੱਗ ਦੇ ਵਾਂਗੂ ਸਾਨੂੰ ਤੌਣਾ ਕੀਤਾ। ਦੁੱਖ ਤਾਂ ਤੂਨੇ ਬੜਾ ਦਿੱਤਾ, ਕਸ਼ਟ ਤਾਂ ਬੜੇ ਦਿੱਤੇ, ਲੇਕਿਨ ਦੁੱਖ ਮੈਂ ਦੁੱਖ ਨਹੀਂ ਮਾਨੈ। ਦੁੱਖ ਤਾਂ ਆਉਂਦਾ ਪਿਆਰਿਓ, ਹੁੰਦਾ ਦੁੱਖ, ਲੇਕਿਨ ਉਹ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦੇ ਹਨ। ਇਹੀ ਤਾਂ ਮਹਾਰਾਜ ਜੀ ਦਾ ਨਵਾਂ ਨਿਰੋਆਪਨ ਹੈ। ਪਾਵਨ ਤਨੇ ਪੁਨਹ ਜਿਮ ਕਰੈ। ਸਤਿਗੁਰੂ ਮਹਾਰਾਜ ਜੀ ਕਹਿੰਦੇ, ਸਭ ਤੋਂ ਪਹਿਲੇ ਆਪਣੇ ਤਨ ਨੂੰ ਪਾਵਨ ਕਰਨਾ ਚਾਹੁੰਦੇ ਆ, ਫਿਰ ਉਸ ਤੋਂ ਬਾਅਦ ਤੇਰੇ ਨਾਲ ਗੱਲ ਕਰਾਂਗੇ। ਨਿਸ਼ਚਲ ਮਤ ਕਰ ਨਿਸ਼ਚੇਤ ਰਹਿ। ਇਹ ਤੂੰ ਹੁਣ ਆਪਣੇ ਮਨ ਦੇ ਵਿੱਚ ਨਿਸ਼ਚਾ ਧਾਰਨ ਕਰਨਾ ਕਰ, ਸਾਨੂੰ ਇਸ਼ਨਾਨ ਦੀ ਆਗਿਆ ਦੇ, ਜਾ ਕੇ ਇਸ਼ਨਾਨ ਕਰਕੇ ਆਵਾਂਗੇ, ਉਹਦੇ ਬਾਅਦ ਤੇਰੇ ਨਾਲ ਗੱਲ ਕਰਨੀ ਹੈ। ਸੁਨ ਕਰ ਦੁਸ਼ਟ ਹਿਰਦੇ ਹਰਖਾਇ। ਸੁਣ ਕਰਕੇ ਆ ਪਾਪੀ ਦੁਸ਼ਟ ਜਿਹੜਾ ਮਨ ਵਿੱਚ ਬਹੁਤ ਜ਼ਿਆਦਾ ਪ੍ਰਸੰਨ ਹੋਇਆ। ਧਰਮ ਵਿਨਾਸ਼ਨ ਤੇ ਡਰ ਮਨ ਵਿੱਚ ਸੋਚਦਾ ਕਿ ਲਓ ਹੁਣ ਮੇਰੀ ਗੱਲ ਬਣ ਗਈ ਹੈ, ਮੈਨੇ ਜੋ ਸਕੀਮ ਲਗਾਈ ਸੀ ਨਾ, ਉਹ ਲੱਗਦਾ ਮੇਰੀ ਵਿਉਂਤ ਪੂਰੀ ਹੋਣ ਵਾਲੀ ਹੈ। ਧਰਮ ਦੇ ਨਾਸ਼ ਦਾ ਮੈਨੇ ਭੈ ਦਿੱਤਾ, ਲੱਗਦਾ ਮਹਾਰਾਜ ਇਸ ਤੋਂ ਮੇਰੇ ਤੋਂ ਡਰ ਗਏ ਹਨ। ਅਬ ਇਹ ਮਾਨ ਲੈ ਇਹ ਨਾਤਾ। ਮਨ ਵਿੱਚ ਸੋਚਦਾ, ਐ ਖਿਆਲੀ ਪਲਾਓ ਪਕਾਉਂਦਾ, ਕਹਿੰਦਾ ਹੁਣ ਲੱਗਦਾ ਕੋਈ ਗੱਲ ਨਹੀਂ ਹੈ, ਇਸ਼ਨਾਨ ਕਰਕੇ ਆ ਜਾਣਗੇ। ਹੁਣ ਤੱਕ ਤਾਂ ਮੇਰੇ ਨਾਲ ਬੋਲਦੇ ਵੀ ਨਹੀਂ ਸਨ, ਲੇਕਿਨ ਹੁਣ ਕਿਹਾ ਨਾ ਇਸ਼ਨਾਨ ਵਾਸਤੇ ਭਾਈ ਆਗਿਆ ਦੇ,
ਲੱਗਦਾ ਇਹਨਾਂ ਨੇ ਮੇਰਾ ਬਚਨ ਮੰਨ ਲੈਣਾ। ਸੀਤਲ ਗਾਤ ਹੋਏ ਜਲ ਨਾਤਾ। ਕਿਉਂਕਿ ਇਸ਼ਨਾਨ ਜਦੋਂ ਇਹ ਕਰ ਲੈਣਗੇ ਫਿਰ ਠੰਡਾ ਹੋ ਜਾਏਗਾ ਸਰੀਰ ਵੀ, ਐਨ ਫਿਰ ਠੰਡੇ ਦਿਮਾਗ ਦੇ ਨਾਲ ਇਹਨਾਂ ਨੇ ਸੋਚਣਾ ਹੈ। ਇਮ ਵਿਚਾਰ ਕਹਿ ਜਾ ਇਸ਼ਨਾਨ। ਇਸ ਤਰ੍ਹਾਂ ਪਾਪੀ ਨੇ ਮਨ 'ਚ ਵਿਚਾਰ ਕਰਕੇ ਕਹਿੰਦਾ ਕੋਈ ਗੱਲ ਨਹੀਂ ਹੈ, ਜਾਣਾ ਇਸ਼ਨਾਨ ਕਰਨਾ ਤੇ ਚੱਲ ਜਾਓ। ਬਚਹਿ ਪ੍ਰਾਨ ਕਹਿਬੋ ਮਨ ਮਾਨੋ। ਹੁਣ ਵੀ ਮੈਂ ਤੁਹਾਨੂੰ ਦੱਸਦਾ ਹਾਂ, ਬਚੈ ਪ੍ਰਾਣ ਕਹਿਬੋ ਮਮ ਮਾਨੋ। ਵਿਅਰਥ ਦੇ ਵਿੱਚ ਮਹਾਰਾਜ ਕਿਉਂ ਆਪਣੇ ਪ੍ਰਾਣਾਂ ਦਾ ਨਾਸ਼ ਕਰਦੇ ਹੋ? ਮੇਰਾ ਬਚਨ ਮੰਨ ਲਿਓ, ਤੁਹਾਡੇ ਪ੍ਰਾਣ, ਤੁਹਾਡੇ ਪਰਿਵਾਰ ਦਾ ਸਾਰਿਆਂ ਦੇ ਪ੍ਰਾਣ ਬਚ ਜਾਣਗੇ। 10 ਸਿਪਾਹੀ ਕਰ ਸੌਧਾਨੋ। ਜਾਣਾ 10-15 ਸਿਪਾਹੀਆਂ ਨੂੰ ਨਾਲ ਭੇਜਿਆ। ਖੜਗ ਸਿਪਰ ਗਹਿ ਸੰਗ ਪਿਆਨੋ। ਸਾਰਿਆਂ ਨੂੰ ਕਹਿੰਦਾ ਤਗੜੇ ਤਗੜੇ ਬੰਦੇ ਕਿ ਭਾਈ ਚੰਗੀ ਤਰ੍ਹਾਂ ਢਾਲਾਂ, ਤਲਵਾਰਾਂ, ਕਿਰਪਾਨਾਂ, ਬਰਸ਼ੇ ਲੈ ਕਰਕੇ ਐਨ ਇਹਨਾਂ ਦੇ ਨਾਲ ਦ੍ਰਿੜ ਹੋ ਕਰਕੇ ਪਹਿਰਾ ਦੇਣਾ ਕਰੋ। ਆਪਣੀ ਦ੍ਰਿਸ਼ਟ ਤਰੇ ਇਸ ਰਾਖੋ। ਆਪਣੇ ਨਿਗਾਹ ਦੇ ਹੇਠ ਇਹਨਾਂ ਨੂੰ ਰੱਖਣਾ ਕਰੋ ਤੇ ਇਹਨਾਂ ਦੇ ਸਿੱਖਾਂ ਨੂੰ। ਵਹਿਰ ਕਿਸੂ ਟੇਕ ਕਸ਼ੂ ਨਾ ਭਾਖੋ। ਬਾਹਰੀ ਕੋਈ ਆ ਜਾਵੇ ਤੁਹਾਨੂੰ ਪੁੱਛੇ ਨਾ ਭਈ ਕੀ ਗੱਲ ਹੈ, ਇਹ ਕੌਣ ਹੈ, ਉਹਨਾਂ ਦੇ ਨਾਲ ਕੋਈ ਬਚਨ ਨਹੀਂ ਕਰਨਾ ਤੇ ਨਾ ਇਹਨਾਂ ਨੂੰ ਕਿਹਦੇ ਨਾਲ ਬਚਨ ਕਰਨ ਦੇਣਾ। ਇਤ ਉਤ ਦੂਰ ਨਾ ਜਾਣੇ ਦੇ। ਕਿਉਂਕਿ ਇਹਨਾਂ ਦਾ ਕੋਈ ਭਰੋਸਾ ਨਹੀਂ ਹੈ। ਜੇ ਇਹਨਾਂ ਨੇ ਕਹਿਣਾ ਕਿ ਕੋਈ ਗੱਲ ਨਹੀਂ ਹੈ ਸਿਪਾਹੀਓ ਤੁਸੀਂ ਬੈਠੋ, ਅਸੀਂ ਐ ਥੋੜਾ ਲਾਂਬੇ ਜਾ ਕੇ ਆਉਂਦੇ ਹਾਂ, ਤੇ ਇਹਨਾਂ ਨੂੰ ਜਾਣ ਨਹੀਂ ਦੇਣਾ ਤੇ ਕਹਿਣਾ ਜੋ ਕਰਨਾ ਇੱਥੇ ਕਰੋ, ਸਾਡੀ ਨਿਗਰਾਨੀ ਦੇ ਹੇਠ ਕਰੋ। ਰਾਵੀ ਤੀਰ ਸਥਿਰਤਾ ਲੇਹੁ। ਜਦੋਂ ਜਾ ਕਰਕੇ ਰਾਵੀ ਦੇ ਕੰਢੇ ਇਹ ਬੈਠਣਗੇ ਤੇ ਤੁਸੀਂ ਵੀ ਇਹਨਾਂ ਦੇ ਨਾਲ ਇਰਦ ਗਿਰਦ ਹੋ ਕਰਕੇ ਬੈਠਣਾ ਕਰੋ। ਅਪਰ ਗਰੀ ਤੇ ਕਹਿ ਹਟ ਕਾਬੂ। ਨਾਲ ਇਹ ਵੀ ਕਹਿ ਦਿੱਤਾ ਕਿ ਜੋ ਮੁੱਖ ਰਾਸਤਾ ਜਾਂਦਾ ਨਾ ਰਾਵੀ ਨੂੰ, ਉਹ ਰਾਸਤੇ ਤੋਂ ਨਾ ਲੈ ਕੇ ਜਾਓ। ਜੋ ਨਿੱਕੀ ਜੀ ਪਿੱਛੋਂ ਦੀ ਗਲੀ ਨਿਕਲਦੀ ਨਾ, ਤੇ ਉਹ ਗਲੀ ਦੇ ਵਿੱਚੋਂ ਲੈ ਕੇ ਜਾਓ, ਜ਼ਿਆਦਾ ਲੋਕਾਂ ਨੂੰ ਪਤਾ ਨਹੀਂ ਚੱਲੇਗਾ। ਮਸਜਿਦ ਬੈਠਤ ਕੁਛ ਨਾ ਅਲਾਪ। ਲੇਕਿਨ ਔਰ ਇੱਕ ਕਹਿੰਦਾ ਕਿ ਜਦੋਂ ਇਹਨਾਂ ਨੇ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਬੈਠਣਗੇ, ਇਹਨੂੰ ਲੱਗਦਾ ਕਿ ਠੰਡੇ ਹੋ ਕਰਕੇ ਠੰਡੇ ਦਿਮਾਗ ਦੇ ਨਾਲ ਮਹਾਰਾਜ ਜੀ ਨੇ ਸੋਚਣਾ, ਤੇ ਕਹਿੰਦਾ ਜਦੋਂ ਇਹ ਇਸ਼ਨਾਨ ਕਰਕੇ ਬੈਠਣਗੇ ਤਾਂ ਕੁਛ ਨਹੀਂ ਬੋਲਣਾ ਹੈ। ਇਤ ਦਿਸ਼ ਲਿਆਵੋ ਰਹੋ ਪਿਸ਼ਾਰੀ। ਫਿਰ ਇਹਨਾਂ ਨੂੰ ਇਸ਼ਨਾਨ ਕਰ ਤੋਂ ਬਾਅਦ ਪਿੱਛੇ ਰਹਿ ਕਰਕੇ ਇੱਥੇ ਕਿਲੇ ਵਿੱਚ ਲੈ ਕੇ ਆ ਜਾਓ। ਸਿੱਖਨ ਜੁਤ ਇਸ ਰੱਖੋ ਅਗਾਰੀ। ਸਿੱਖਾਂ ਦੇ ਨਾਲ ਇਹਨਾਂ ਨੂੰ ਅੱਗੇ ਰੱਖਣਾ ਕਰੋ, ਤੁਸੀਂ ਪਿੱਛੇ ਰਹਿ ਕਰਕੇ ਪਹਿਰਾ ਦੇਣਾ ਕਰੋ। ਜੇ ਇਹ ਭੱਜਣ ਦਾ ਯਤਨ ਕਰੇ ਜਾਂ ਕੁਛ ਵਧੀਕੀਆਂ ਕਰਨ ਤੇ ਇਹਨਾਂ ਨੂੰ ਮਾਰ ਦਿਓ, ਖਤਮ ਕਰ ਦਿਓ। ਇਮ ਕਹਿ ਕੀਨ ਘਨੀ ਤਕਰਾ। ਇਸ ਤਰ੍ਹਾਂ ਕਹਿ ਕਰਕੇ ਬਹੁਤ ਜ਼ਿਆਦੀ ਤਕੜਾਈ ਇਹਨੇ ਚੰਦੂ ਨੇ ਕਰਨੀ ਕੀਤੀ। ਸੁਨ ਖਲ ਤੇ ਚਲ ਪਰੇ ਗੁਸਾਈ। ਸੁਨ ਖਲ ਤੇ ਚਲ ਪਰੇ ਗੁਸਾਈ। ਕਵੀ ਰਾਜੀ ਕਹਿੰਦੇ ਸੁਨ ਖਲ। ਖਲ ਦਾ ਮਤਲਬ ਕਿ ਆ ਮੂਰਖ ਜਿਹੜਾ ਹੈ, ਇਹ ਮੂਰਖ ਦੇ ਇਹਨਾਂ ਬਚਨਾਂ ਨੂੰ ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਚੱਲ ਗਏ। ਪਰੇ ਫਲੂਹੇ ਸਰਬ ਸਰੀਰ। ਕਵੀ ਰਾਜੀ ਦੱਸਦੇ ਹਨ ਸਤਿਗੁਰੂ ਮਹਾਰਾਜ ਜੀ ਦੇ ਤਨ ਦੇ ਉੱਤੇ ਪਿਆਰਿਓ ਸਾਰੇ ਫਲੂਹੇ ਜਿਹੜੇ ਹਨ ਲੱਗ ਗਏ, ਆ ਗਏ। ਸ਼ਾਦ ਚਾਦਰ ਦੀਰਗ ਚੀਰ। ਕਿਉਂਕਿ ਜਦੋਂ ਫਲੂਹੇ ਆ ਜਾਣ ਨਾ ਪਿਆਰਿਓ, ਤਾਂ ਫਿਰ ਆਪਾਂ ਬਸਤਰ ਵੀ ਨਹੀਂ ਪਾ ਸਕਦੇ ਆ। ਕਿਉਂਕਿ ਉਹ ਫਲੂਹੇ ਜਦੋਂ ਲੱਗਦੇ ਨਾ ਬਸਤਰ ਨੂੰ, ਤਾਂ ਪਿਆਰਿਓ ਬਹੁਤ ਟੀਸਾਂ ਉੱਠਦੀਆਂ, ਬਹੁਤ ਜ਼ਿਆਦਾ ਡਰ, ਬਹੁਤ ਜ਼ਿਆਦਾ ਜਿਹੜਾ ਹੈ ਦੁੱਖ ਪੈਦਾ ਹੁੰਦਾ ਹੈ, ਬਹੁਤ ਤਕਲੀਫ ਹੁੰਦੀ ਹੈ। ਇਸ ਕਰਕੇ ਕਈ ਵਾਰੀ ਆਪ ਜੀ ਵੇਖਣਾ ਕਰੋ, ਕਈ ਵਾਰੀ ਇਸ ਤਰ੍ਹਾਂ ਕੋਈ ਸੜ ਜਾਵੇ ਜਾਂ ਜਿਨ੍ਹਾਂ ਨੂੰ ਫਲੂਹੇ ਆ ਜਾਂਦੇ ਹਨ, ਉਹ ਹਿੱਸਾ ਖੁੱਲਾ ਰੱਖਦੇ ਆ, ਕਿਉਂਕਿ ਕੱਪੜਾ ਵੀ ਲੱਗ ਜਾਵੇ ਤੇ ਉਹ ਨਾਸੂਰ ਬਣ ਜਾਂਦਾ। ਸਤਿਗੁਰੂ ਮਹਾਰਾਜ ਜੀ ਦੇ ਤਨ ਦੇ ਉੱਤੇ ਪੂਰੇ ਫਲੂਹੇ ਆ ਗਏ, ਮਹਾਰਾਜ ਜੀ ਬਸਤਰ ਵੀ ਨਹੀਂ ਪਾ ਸਕਦੇ, ਤਾਂ ਸਿੱਖਾਂ ਨੇ ਕੀ ਕਰਨਾ ਕੀਤਾ, ਵੱਡਾ ਸਾਰਾ ਚਾਦਰਾ ਲੈ ਕਰਕੇ ਮਹਾਰਾਜ ਜੀ ਦੇ ਪਾਵਨ ਤਨ ਨੂੰ ਚਾਦਰੇ ਦੇ ਵਿੱਚ ਹਲਕਾ ਜਿਹਾ ਲਪੇਟਣਾ ਕੀਤਾ। ਤਰੁਆ ਚਰਨ ਜਰੇ ਬ੍ਰਿਣ ਹੋਏ। ਸਤਿਗੁਰੂ ਮਹਾਰਾਜ ਜੀ ਦੇ ਤਲੀਆਂ ਜੋ ਹਨ ਚਰਨ ਦੀਆਂ, ਉਹ ਵੀ ਪਿਆਰਿਓ ਜਲ ਗਈਆਂ, ਉਹਦਾ ਵੀ ਪੂਰਾ ਮਾਸ ਜਿਹੜਾ ਚਮ ਜਿਹੜੀ ਹੈ ਲੈ ਗਈ ਹੈ। ਜਦੋਂ ਤੱਤੀ ਤਵੀ ਤੇ ਬਿਠਾਇਆ ਗਿਆ, ਕਿਉਂਕਿ ਕੋਈ ਚੀਜ਼ ਆਪ ਜੀ ਵੇਖੋ, ਕੋਈ ਤੱਤੀ ਤਵੀ ਹੋਵੇ, ਤੱਤਾ ਕੋਈ ਇਸ ਤਰ੍ਹਾਂ ਲੋਹਾ ਆਦਿਕ ਹੋਵੇ ਬਹੁਤ ਜ਼ਿਆਦਾ, ਉਹਨੂੰ ਜਦੋਂ ਸਾਡਾ ਤਨ ਲੱਗ ਜਾਵੇ, ਚਮੜੀ ਜਿਹੜੀ ਉਤਰ ਜਾਂਦੀ ਤੇ ਉਹਨੂੰ ਲੱਗ ਜਾਂਦੀ। ਸਤਿਗੁਰੂ ਮਹਾਰਾਜ ਦੀਆਂ ਚਰਨਾਂ ਦੀਆਂ ਤਲੀਆਂ ਜਿਹੜੀਆਂ ਲੈ ਗਈਆਂ, ਉਹਨੂੰ ਲੱਗ ਗਈਆਂ। ਮਹਾਰਾਜ ਜੀ ਦੀਆਂ ਤਲੀਆਂ ਪੂਰੀਆਂ ਉਤਰ ਗਈਆਂ, ਮਾਸ ਜਿਹੜਾ ਨਜ਼ਰ ਆ ਰਿਹਾ।
ਮਹਾਰਾਜ ਜੀ ਧਰਤੀ ਦੇ ਵਿੱਚ ਪੈਰ ਵੀ ਨਹੀਂ ਰੱਖ ਸਕਦੇ ਸਨ। ਸਨੈ ਸਨੈ ਧਰ ਪਰ ਧਰ ਜੋਈ। ਸਤਿਗੁਰੂ ਮਹਾਰਾਜ ਜੀ ਨੇ ਫਿਰ ਵੀ ਪਿਆਰਿਓ ਬਹੁਤ ਪ੍ਰੇਮ ਦੇ ਨਾਲ ਹੌਲੀ ਹੌਲੀ ਚਰਨ ਮੁਬਾਰਕ ਧਰਤੀ ਤੇ ਟਿਕਾਉਣੇ ਕੀਤੇ। ਨਿਕਟ ਪਿਰਾਣਾ ਸੇਵਕ ਹੈ। ਭਾਈ ਪਿਰਾਣਾ ਮਹਾਰਾਜ ਜੀ ਨੇ ਜਦੋਂ ਵੇਖਿਆ ਇਹ ਲਾਗੇ ਹੈ, ਗਇਓ ਸਿੱਖ ਉਹਨਾਂ ਦੀਆਂ ਮੋਢੇ ਦੇ ਉੱਤੇ ਹੱਥ ਪਾ ਕਰਕੇ, ਭਾਰ ਉਹਨਾਂ ਦੇ ਉੱਤੇ ਪਾ ਕਰਕੇ ਸਤਿਗੁਰੂ ਮਹਾਰਾਜ ਜੀ ਜਾ ਰਹੇ ਹਨ। ਸਜਤਾ ਦਿਸ ਛੋਟੀ ਇੱਕ ਮੂਰੀ। ਇਹਦੇ ਘਰ ਤੋਂ ਪਿਆਰਿਓ ਜੋ ਛੋਟੀ ਜੀ ਨਿੱਕੀ ਜੀ ਗੜੀ ਜਾਂਦੀ ਨਾ ਰਾਵੀ ਦਰਿਆ ਤੱਕ। ਗਮਨਤ ਨਿਕਸੇ ਗੁਰ ਤਿਸ ਊਰੀ। ਸਤਿਗੁਰੂ ਮਹਾਰਾਜ ਉਥੋਂ ਨਿਕਲ ਕਰਕੇ ਅੱਗੇ ਨੂੰ ਜਾ ਰਹੇ। ਕੋ ਨਰਪਿਕ ਠਾਨਤ ਫਿਰ ਵੀ ਪੂਰੇ ਤਨ ਦੇ ਉੱਤੇ ਚਾਦਰਾ ਲਪੇਟਿਆ ਹੋਇਆ ਹੈ। ਕੋਈ ਵਿਰਲਾ ਵਾਂਝਾ ਜਦੋਂ ਉਹਨਾਂ ਨੇ ਤੱਕਿਆ ਮਹਾਰਾਜ ਜੀ ਦੇ ਦਰਸ਼ਨ ਕੀਤੇ, ਇੱਕਦਮ ਨਿਸ਼ਾਨਦੇਹੀ ਹੋਈ। ਉਹਨਾਂ ਨੂੰ ਲੱਗਿਆ ਕਿ ਭਾਈ ਇਹ ਤਾਂ ਅੰਮ੍ਰਿਤਸਰ ਸਾਹਿਬ ਵਾਲੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਹਨ। ਉਹ ਹੱਥ ਜੋੜ ਕਰਕੇ ਨਮਸਕਾਰ ਕਰਦੇ। ਲਾਲ ਬਰਨ ਮੁਖ ਕੋ ਤਹਿ ਸਮੂਹ। ਸਰੀਰ ਪੂਰਾ ਜਿਹੜਾ ਸੜ ਗਿਆ ਹੈ, ਜਿਸ ਕਰਕੇ ਸਾਰਾ ਸ਼ਾਦੀ ਦਾ ਲਾਲੋ ਲਾਲ ਹੋ ਗਿਆ। ਭੋਜਨ ਕਿਉ ਨ ਪੀਓ। ਅੱਜ ਪਿਆਰਿਓ 5 ਦਿਨ ਬਤੀਤ ਹੋ ਰਹੇ ਹਨ, ਮਹਾਰਾਜ ਜੀ ਨੇ ਪ੍ਰਸ਼ਾਦਾ ਵੀ ਨਹੀਂ ਜਾਏ ਖਲ ਠਾਨੀ। ਸਰੀਰ ਪੂਰਾ ਦੁਰਬਲ ਹੋ ਗਿਆ। ਮੂਰਖ ਨੇ ਬਹੁਤ ਅੱਤ ਦਾ ਤਸੀਹੇ ਦਿੱਤੇ, ਅੱਤ ਦੀ ਸਜ਼ਾ ਦਿੱਤੀ ਸਤਿਗੁਰੂ ਮਹਾਰਾਜ ਜੀ ਨੂੰ। ਹੇਰ ਹੇਰ ਨਰਪੁਰ ਬਿਸਮਾਵੇ। ਸਤਿਗੁਰੂ ਮਹਾਰਾਜ ਜੀ ਨੂੰ ਵੇਖ ਵੇਖ ਕਰਕੇ ਆਮ ਲੋਕ ਜਿਹੜੇ ਬਹੁਤ ਦੰਗ ਹੁੰਦੇ, ਵਿਸਮਿਤ ਹੁੰਦੇ। ਕਿਆ ਇਨ ਦਸ਼ਾ ਭਈ ਗੁਰ ਜਾਵੇ। ਸਾਰੇ ਕਹਿੰਦੇ ਕਿ ਦੇਖੋ ਸਤਿਗੁਰੂ ਮਹਾਰਾਜ ਜਦੋਂ ਆਏ ਸੀ ਨਾ, ਮਹਾਰਾਜ ਜੀ ਖਾਸੇ ਤੇ ਚੜ ਕੇ ਆਏ, ਘੋੜੇ ਤੇ ਚੜ ਕੇ ਆਏ। ਆਪਾਂ ਉਹ ਵੀ ਨਜ਼ਾਰਾ ਤੱਕਿਆ। ਇਸ ਪਾਪੀ ਨੇ 3-4 ਦਿਨ ਦੇ ਵਿੱਚ ਮਹਾਰਾਜ ਜੀ ਦਾ ਕੀ ਹਸ਼ਰ ਕਰ ਦਿੱਤਾ, ਕੀ ਹਾਲ ਬਣਾ ਦਿੱਤੀ ਹੈ। ਕੀ ਬ੍ਰਿਤ ਏਕ ਰਸ ਤੈ। ਫਿਰ ਵੀ ਪਿਆਰਿਓ ਬੇਸ਼ੱਕ ਤਨ ਜਿਹੜਾ ਹੈ, ਤਨ ਦੇ ਵਿੱਚ ਫਲੂਹੇ ਆ ਗਏ, ਸਰੀਰ ਪੂਰਾ ਪੱਕ ਗਿਆ, ਲਾਲੋ ਲਾਲ ਹੋ ਗਿਆ, ਦੁਰਬਲ ਹੋ ਗਿਆ, ਕਿਉਂਕਿ ਇਹ ਸਰੀਰ ਦਾ ਧਰਮ ਹੈ ਪਿਆਰਿਓ। ਲੇਕਿਨ ਜੇ ਆਪਾਂ ਸਰੀਰ ਤੋਂ ਹਟ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਅਵਸਥਾ ਨੂੰ ਤੱਕਦੇ ਹਾਂ ਤਾਂ ਪਿਆਰਿਓ ਚਿੱਤ ਕੀ ਬਿਰਤ ਏਕ ਰਸ ਤੈਸੇ। ਲੇਕਿਨ ਮਹਾਰਾਜ ਜੀ ਦੀ ਬਿਰਤੀ ਜਿਹੜੀ ਹੈ ਇੱਕ ਰਸ ਇੱਕ ਸਮਾਨ ਹੈ। ਮਹਾਰਾਜ ਜੀ ਦੀ ਬਿਰਤੀ ਨਹੀਂ ਡੋਲੀ। ਨਿਜ ਆਨੰਦ ਮਹਿ ਪੂਰਬ ਜੈਸੇ। ਨਿਜ ਆਨੰਦ ਦੇ ਵਿੱਚ, ਜਿਸ ਤਰ੍ਹਾਂ ਸੰਗਤਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮਹਾਰਾਜ ਜੀ ਆਨੰਦ ਦੇ ਵਿੱਚ ਰਹਿੰਦੇ ਸਨ, ਇਸ ਤਰ੍ਹਾਂ ਹੀ ਮਹਾਰਾਜ ਜੀ ਦਾ ਨਿਜ ਆਨੰਦ ਜਿਹੜਾ ਹੈ, ਪਰਮਾਨੰਦ ਬਰਕਰਾਰ ਹੈ। ਤਨ ਪੀਰਾ ਤੇ ਡਿਗੀ ਨ ਸੋਈ। ਇੰਨਾ ਜ਼ਿਆਦਾ ਪਿਆਰਿਓ ਤਨ ਦੇ ਉੱਤੇ ਪੀੜਾ ਹੋਈ, ਲੇਕਿਨ ਮਹਾਰਾਜ ਜੀ ਦੀ ਉਹ ਬਿਰਤੀ, ਉਹ ਮਹਾਰਾਜ ਜੀ ਦੀ ਅਵਸਥਾ ਰੰਚਕ ਮਾਤਰ ਨਹੀਂ ਡੋਲੀ ਹੈ। ਕਿਉਂਕਿ ਪਿਆਰਿਓ ਇਹੀ ਤਾਂ ਸਤਿਗੁਰੂ ਮਹਾਰਾਜ ਜੀ ਦੇ ਵਿੱਚ ਤੇ ਸਾਡੇ ਦੇ ਵਿੱਚ ਅੰਤਰ ਹੈ। ਬੇਸ਼ੱਕ ਕਈ ਵਾਰੀ ਆਪਾਂ ਵੀ ਜਪ ਕਰਦੇ ਆਂ, ਸਿਮਰਨ ਕਰਦੇ ਆਂ, ਲੇਕਿਨ ਥੋੜਾ ਵੀ ਪਿਆਰਿਓ ਦੁੱਖ ਆ ਜਾਵੇ, ਬਿਰਤੀ ਜਿਹੜੀ ਹੈ ਸਾਡੀ ਖਿੰਡ ਪੁੰਡ ਜਾਂਦੀ ਹੈ, ਇੱਕਦਮ ਬਿਰਤੀ ਹਟ ਜਾਂਦੀ ਹੈ। ਲੇਕਿਨ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਚੇਤਿਓ ਆਪਣਾ, ਚਲਤੇ ਰਾਖਿਓ ਚੀਤ। ਇਹ ਅਵਸਥਾ ਮਹਾਰਾਜ ਜੀ ਦੀ ਬਰਕਰਾਰ ਹੈ। ਮੇਰ ਹਿਲਾਏ ਨਾ ਜਿਮ ਨਰ ਕੋਈ। ਮੇਰ ਹਿਲਾਏ ਨਾ ਜਿਮ ਨਰ ਕੋਈ। ਕਬੀਰਾਂ ਜੀ ਕਹਿੰਦੇ ਹਨ, ਜਿਸ ਤਰ੍ਹਾਂ ਕਿ ਸਾਰਾ ਜਗਤ ਵੀ ਪਿਆਰਿਓ ਜੇ ਯਤਨ ਕਰਨਾ ਕਰੇ ਕਿ ਸੁਮੇਰ ਪਰਬਤ ਨੂੰ ਕੋਈ ਹਿਲਾ ਸਕਦਾ ਹੈ, ਡੁਲਾ ਸਕਦਾ ਹੈ, ਇਸ ਤਰ੍ਹਾਂ ਇਹ ਤਾਂ ਇੱਕ ਪਾਪੀ ਨਹੀਂ, ਸਾਰੇ ਜਗਤ ਦੇ ਪਾਪੀ ਵੀ ਆ ਕਰਕੇ ਕਹਿਤੇ ਅਸਹਿ ਮਹਾਰਾਜ ਜੀ ਦੇ ਉੱਤੇ ਕਸ਼ਟ ਢਾਲਣ, ਫਿਰ ਵੀ ਮਹਾਰਾਜ ਜੀ ਡੋਲਣ ਤੋਂ ਰਹਿ ਜਾਂਦੇ ਹਨ। ਮਹਾਰਾਜ ਜੀ ਨੂੰ ਕੋਈ ਡੁਲਾ ਨਹੀਂ ਸਕਦਾ। ਸਨੈ ਸਨੈ ਰਾਵੀ ਕੇਤੀ। ਇਸ ਤਰ੍ਹਾਂ ਬਹੁਤ ਸਨੈ ਸਨੈ ਸਤਿਗੁਰੂ ਮਹਾਰਾਜ ਰਾਵੀ ਦੇ ਕੰਢੇ ਪਹੁੰਚ ਰਹੇ। ਪਹੁੰਚੇ ਛੁਯੋ ਨੀਰ ਬੜਸੀ। ਜਦੋਂ ਜਾ ਕਰਕੇ ਪਹੁੰਚਣਾ ਕੀਤਾ, ਠੰਡਾ ਜਲ ਦੇ ਨਾਲ ਮਹਾਰਾਜ ਜੀ ਨੇ ਸਪਰਸ਼ ਕੀਤਾ। ਕਰ ਪੰਕਜ ਤੇ ਮੁਖ ਅਰਬਿੰਦ। ਸਭ ਤੋਂ ਪਹਿਲੇ ਮਹਾਰਾਜ ਜੀ ਨੇ ਹਸਤ ਕਮਲਾਂ ਦੇ ਨਾਲ ਆਪਣਾ ਮੁਖਾਰ ਬਿੰਦ ਧੋਤਾ ਹੈ। ਕਰਿਓ ਪਖਾਰਨ ਧੀਰ ਮੁਕੰਦ। ਧੀਰਜਵਾਨ ਸਤਿਗੁਰੂ ਮੁਕਤੀ ਦਾਤੇ ਸਤਿਗੁਰੂ ਮਹਾਰਾਜ ਜੀ ਨੇ ਸਭ ਤੋਂ ਪਹਿਲੇ ਆਪਣਾ ਮੁਖ ਮਸਤਕ ਨੂੰ ਪਖਾਰਨਾ ਕੀਤਾ। ਬਿੰਦ ਚੁਰੇ ਕਰ ਮੁਖ ਸਿਤ ਲਾਇ। ਬਹੁਤ ਸਾਰੀਆਂ ਚੁਲੀਆਂ ਸਤਿਗੁਰੂ ਮਹਾਰਾਜ ਜੀ ਨੇ ਭਰ ਕਰਕੇ ਆਪਣੇ ਮੂੰਹ ਨੂੰ ਠੰਡਾ ਕੀਤਾ ਹੈ। ਤੀਰ ਤਪ ਰਿਹਾ ਸੀ ਇਹਨਾਂ ਦੇ ਕਸ਼ਟ ਕਰਕੇ,
ਮਹਾਰਾਜ ਜੀ ਨੇ ਜਲ ਦੇ ਨਾਲ ਆਪਣੇ ਸਰੀਰ ਨੂੰ ਠੰਡਾ ਕੀਤਾ। ਗਹਿ ਪਦ ਪਦਮ ਲੰਗਾਹ ਪਖਾਰੇ। ਉਸ ਵੇਲੇ ਭਾਈ ਲੰਗਾ ਜਿਹੜਾ ਹੈ ਮਹਾਰਾਜ ਜੀ ਦੇ ਚਰਨ ਕਮਲਾਂ ਨੂੰ ਫੜ ਕਰਕੇ ਬੜੇ ਪ੍ਰੇਮ ਦੇ ਨਾਲ ਜਲ ਦੇ ਨਾਲ ਉਹ ਇਸ਼ਨਾਨ ਕਰਾਉਂਦਾ, ਮਹਾਰਾਜ ਜੀ ਦੇ ਚਰਨਾਂ ਨੂੰ ਧੋਂਦਾ, ਜਲ ਦਾ ਸਪਰਸ਼ ਕਰਵਾਉਂਦਾ। ਪ੍ਰਵਿਸ਼ੇ ਜਲ ਮਹਿ ਮੱਜਨ ਤਾਰੇ। ਫਿਰ ਸਤਿਗੁਰੂ ਮਹਾਰਾਜ ਜੀ ਨੇ ਜਲ ਵਿੱਚ ਉਤਰ ਕਰਕੇ ਇਸ਼ਨਾਨ ਕੀਤਾ ਹੈ। ਵਹਿਰ ਨਿਕਸ ਪਟ ਸ਼ੁਸ਼ਕ ਲਿਓ। ਬਾਹਰ ਨਿਕਲ ਕਰਕੇ ਸੁੱਕਾ ਕਪੜਾ ਬਸਤਰ ਚਾਦਰਾ ਜਿਹੜਾ ਤਨ ਦੇ ਉੱਤੇ ਵਲੇਟਣਾ ਕੀਤਾ। ਦੇਹ ਅਛਾਦਨ ਪੁਨਹ ਕਿਓ। ਆਪਣੇ ਤਨ ਨੂੰ ਮਹਾਰਾਜ ਜੀ ਨੇ ਕਪੜੇ ਦੇ ਵਿੱਚ ਆਛਾਦਿਤ ਕੀਤਾ ਹੈ। ਜਪਜੀ ਪਾਠ ਕਰਤ ਔਰ ਪ੍ਰੇਮ। ਫਿਰ ਸਤਿਗੁਰੂ ਮਹਾਰਾਜ ਜੀ ਚੌਂਕੜਾ ਮਾਰ ਕਰਕੇ ਪਿਆਰਿਓ ਉੱਚੀ ਆਵਾਜ਼ ਦੇ ਵਿੱਚ ਰਾਵੀ ਦਰਿਆ ਦੇ ਕੰਢੇ ਮਹਾਰਾਜ ਜੀ ਨੇ ਜਪਜੀ ਸਾਹਿਬ ਜੀ ਦਾ ਗੱਜ ਵੱਜ ਕਰਕੇ ਪਾਠ ਕਰਨਾ ਕੀਤਾ, ਉਚਾਰਨ ਕਰਨਾ ਕੀਤਾ। ਜੋ ਸਿੱਖਨ ਕੀ ਥਾਨਤ ਕਵੀ ਰਾਜ ਜੀ ਦੱਸਦੇ ਹਨ ਕਿ ਇਹ ਉਹ ਜਪਜੀ ਸਾਹਿਬ ਦਾ ਪਾਠ ਹੈ ਜਿਹੜਾ ਵੀ ਸਿੱਖ ਸ਼ਰਧਾਲੂ ਸ਼ਰਧਾ ਭਾਵਨਾ ਦੇ ਨਾਲ ਇਹਦਾ ਜਾਪ ਕਰਦਾ, ਉਹਨੂੰ ਛੇਮਾ ਭਾਵ ਕੇ ਉਹਨੂੰ ਮੁਕਤੀ ਦੀ ਦਾਤ ਮਿਲਦੀ ਹੈ। ਹੁਣ ਪੰਚੋਂ ਸਿੱਖ ਕੀ ਨਿਸ਼ਨਾਨੇ। ਇੰਜ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਇਸ਼ਨਾਨ ਕੀਤਾ, ਜਪਜੀ ਸਾਹਿਬ ਦਾ ਪਾਠ ਕੀਤਾ, ਬਾਅਦ ਦੇ ਵਿੱਚ ਪੰਜ ਜਿਹੜੇ ਗੁਰੂ ਕੇ ਪਿਆਰਿਆਂ ਨੇ ਵੀ ਇਸ਼ਨਾਨ ਕੀਤਾ। ਗੁਰਬਾਣੀ ਕੋ ਪਾਠ ਬਖਾਨੇ। ਉਹਨਾਂ ਨੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਕੀਤਾ। ਹਰੇ ਭਏ ਸਤਿਗੁਰ ਪਰਵਾਰ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਆਲੇ ਦੁਆਲੇ ਇਹ ਗੁਰੂ ਕੇ ਪੰਜ ਸਿੱਖ ਖੜੇ ਹੋ ਗਏ। ਜਪਜੀ ਪਾਠ ਸੁਨਿਓ ਨਿਰਧਾਰ। ਸਤਿਗੁਰੂ ਮਹਾਰਾਜ ਜੀ ਨੇ ਦੇਖੋ ਕਿਹੋ ਜਿਹਾ ਨਜ਼ਾਰਾ ਹੋਵੇਗਾ। ਸਤਿਗੁਰੂ ਮਹਾਰਾਜ ਉੱਚੀ ਆਵਾਜ਼ ਦੇ ਵਿੱਚ ਜਪਜੀ ਸਾਹਿਬ ਜੀ ਦਾ ਪਾਠ ਕਰ ਰਹੇ। ਧੰਨ ਉਹ ਗੁਰੂ ਕੇ ਪਿਆਰੇ ਗੁਰੂ ਕੇ ਸਿੱਖ ਜਿਹੜੇ ਖੜੇ ਹੋ ਕਰਕੇ ਚਿੱਤ ਬਿਰਤੀ ਇਕਾਗਰ ਕਰਕੇ ਜਪਜੀ ਦਾ ਪਾਠ ਉਹਨਾਂ ਨੇ ਸਰਵਣ ਕੀਤਾ। ਭੋਗ ਪਾਏ ਕਰ ਸੀਸ ਨਿਵਾਇਓ। ਜਦੋਂ ਭੋਗ ਪੈ ਗਿਆ ਜਿਨੀ ਨਾਮ ਧਿਆਇਆ, ਗਏ ਮਸਕਤ ਕਹਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਦੋਂ ਜਪਜੀ ਸਾਹਿਬ ਜੀ ਦਾ ਭੋਗ ਪੈ ਗਿਆ ਤਾਂ ਫਿਰ ਸਾਰੇ ਸਿੱਖਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਸੰਯੁਗਤ ਹੱਥ ਜੋੜ ਕਰਕੇ ਸਿਜਦਾ ਕੀਤੀ, ਨਮਸਕਾਰ ਕਰਨਾ ਕੀਤਾ। ਹੁਣ ਸਿੱਖਨ ਸੰਭਾਕ ਅਲਾਇਓ। ਸਤਿਗੁਰੂ ਮਹਾਰਾਜ ਜੀ ਨੇ ਫਿਰ ਸਿੱਖਾਂ ਦੇ ਤਾਈਂ ਵਚਨ ਕੀਤਾ। ਹਮ ਚਾਹੇ ਪਰ ਲੋਕ ਪਿਆਨਾ। ਸਤਿਗੁਰੂ ਜੀ ਕਹਿੰਦੇ ਕਿ ਭਾਈ ਸਿੱਖੋ ਹੁਣ ਅਸਾਂ ਨੇ ਪਰਲੋਕ ਗਮਨ ਕਰਨਾ ਹੈ। ਚਿਤ ਜਿਮ ਕਹਤ ਸਕਲ ਹਮ ਠਾਨਾ। ਜਿਸ ਤਰ੍ਹਾਂ ਚਿਤ ਜਿਮ ਕਹਤ, ਜਿਸ ਤਰ੍ਹਾਂ ਅਸਾਂ ਨੇ ਕਿਹਾ ਨਾ ਉਹ ਵਚਨ ਅਸਾਂ ਨੇ ਪੂਰਾ ਕੀਤਾ। ਸ੍ਰੀ ਹਰਿ ਗੋਬਿੰਦ ਸੰਗ ਮਿਲੀ। ਅੱਗੇ ਵਾਸਤੇ ਮਹਾਰਾਜ ਜੀ ਕਹਿੰਦੇ ਹੁਣ ਜਦੋਂ ਭਾਣਾ ਵਰਤ ਜਾਵੇਗਾ ਇਥੋਂ ਵਾਪਸ ਜਾਓ ਅੰਮ੍ਰਿਤਸਰ ਸਾਹਿਬ ਜਾ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਮਿਲਣਾ ਕਰੋ। ਹਮ ਦਿਸ਼ ਤੇ ਬਹੁਤ ਧੀਰਜ ਦੀ। ਸਾਡੇ ਵੱਲੋਂ ਉਹਨਾਂ ਨੂੰ ਬਹੁਤ ਜ਼ਿਆਦੀ ਧੀਰਜ ਦੇਣਾ ਕਰੋ, ਉਹਨਾਂ ਨੂੰ ਹੌਸਲਾ ਦਿਓ। ਕਰੋ ਨਾ ਸ਼ੋਕ ਗੋਬਿੰਦ ਗੁਣ ਗਾਓ। ਉਹਨਾਂ ਨੂੰ ਵਚਨ ਕਰਨਾ ਕਰੋ ਕਿ ਭਾਈ ਕਰੋ ਨਾ ਸ਼ੋਕ, ਭਾਵ ਕਿ ਤੁਸਾਂ ਨੇ ਸ਼ੋਕ ਨਹੀਂ ਕਰਨਾ। ਗੋਬਿੰਦ ਗੁਣ ਗਾਵੋ, ਪਰਮਾਤਮਾ ਦੇ ਗੁਣਾ ਦਾ ਤੁਸੀਂ ਗਾਇਨ ਕਰਨਾ ਕਰੋ। ਮਹਾਰਾਜ ਨੇ ਕਿਹਾ ਨਾ ਮਿਤ ਪੈਜੈ ਮਿਤ ਬਿਗਸੈ, ਜਿਸ ਮਿਤ ਕੀ ਪੈਜ ਭਾਵੈ, ਤੁਸੀਂ ਵਿਚਾਰ ਕਰੋ ਪੁੱਤ ਭਾਈ ਹਰ ਸਤਿਗੁਰੂ ਪਹਿਨਾਵੇ। ਭਾਵ ਕਿ ਮਹਾਰਾਜ ਜੀ ਨੇ ਕਿਹਾ ਕਿ ਭਾਈ ਮਤ ਮੈਂ ਪਿੱਛੇ ਕੋਈ ਰੋਸੀ ਸੋ ਮੈਂ ਮੂਲ ਨਾ ਪਾਇਆ। ਉਹ ਬਚਨ ਚੇਤੇ ਕਰਾਇਆ ਕਿ ਭਾਈ ਹੁਣ ਵੈਰਾਗ ਕਰਨ ਦਾ ਇਹ ਸਮਾਂ ਨਹੀਂ ਹੈ, ਵੈਰਾਗ ਨਹੀਂ ਕਰਨਾ। ਸਾਧੋ ਗੋਬਿੰਦ ਕੇ ਗੁਣ ਗਾਓ, ਕਿ ਉਹ ਜਿਹੜਾ ਗੋਬਿੰਦ ਪਰਮਾਤਮਾ ਦੇ ਗੁਣਾ ਦਾ ਗਾਇਨ ਕਰਨਾ ਕਰੋ। ਅਪਰ ਸਰਬ ਕੋ ਕਹੋ ਮਿਟਾਓ। ਔਰ ਵੀ ਕਈ ਸ਼ੋਕ ਕਰਨ ਵਾਲੇ ਆਉਣਗੇ, ਉਹਨਾਂ ਨੂੰ ਵੀ ਮਿਟਾਉਣਾ ਕਰੋ, ਹਟਾਉਣਾ ਕਰੋ ਕਿ ਭਾਈ ਸ਼ੋਕ ਨਾ ਕਰਨਾ ਕਰੋ। ਸਤਿਗੁਰੂ ਮਹਾਰਾਜ ਜੀ ਦਾ ਯੁੱਧ ਹੋਏ ਤਖਤ ਪਰ ਰਾਜ। ਸਾਡੇ ਵੱਲੋਂ ਮਹਾਰਾਜ ਜੀ ਨੂੰ ਵਚਨ ਕਰਨਾ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਕਿ ਹੁਣ ਤੱਕ ਸ਼ਸਤਰਧਾਰੀ ਬਣ ਕਰਕੇ ਤਖਤ ਤੇ ਸੁਭਾਏਮਾਨ ਹੋਣਾ। ਜਥਾ ਸ਼ਕਤ ਸੈਨਾ ਸੰਗ ਸਾਜੋ। ਜਥਾ ਸ਼ਕਤ ਸੈਨਾ ਦੀ ਸਾਜਨਾ ਕਰਨਾ ਕਰੋ, ਆਪਣੇ ਨਾਲ ਸੂਰਬੀਰ ਬਹਾਦਰਾਂ ਨੂੰ ਰੱਖੋ। ਪ੍ਰਥਮ ਚੰਦ ਤੇ ਪਲਟਾ ਲੀ। ਆ ਜਿਹੜਾ ਦੁਸ਼ਟ ਜਿਹੜੇ ਹਨ ਇਹਨਾਂ ਤੋਂ ਬਦਲਾ ਲਓ, ਕਿਉਂਕਿ ਜਦੋਂ ਤੱਕ ਪਿਆਰਿਓ ਪਾਪੀਆਂ ਨੂੰ ਮਾਰਿਆ ਨਹੀਂ ਜਾਂਦਾ, ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਨਹੀਂ ਪ੍ਰਾਪਤ ਹੁੰਦੀ ਹੈ, ਉਦੋਂ ਤੱਕ ਪਿਆਰਿਓ ਪਾਪੀ ਸੁਧਰਦੇ ਨਹੀਂ ਹਨ।
ਸੱਚ ਜਾਣੋ ਕੋਈ ਚੰਗਾ ਬੰਦਾ ਉਹ ਜਿਹੜਾ ਕੋਈ ਗੁਨਾਹ ਨਹੀਂ ਕੀਤਾ ਉਹਨੂੰ ਮਾਰਨਾ ਪਿਆਰਿਓ ਬਹੁਤ ਵੱਡਾ ਪਾਪ ਹੈ। ਲੇਕਿਨ ਜਿਹੜਾ ਪਾਪੀ ਹੋਵੇ, ਅਤਿਆਚਾਰੀ, ਦੁਰਾਚਾਰੀ, ਉਹਨਾਂ ਨੂੰ ਮਾਰਨਾ, ਉਹਨਾਂ ਨੂੰ ਰਾਸਤੇ ਤੋਂ ਹਟਾਉਣਾ, ਖਤਮ ਕਰਨਾ, ਇਹ ਪਾਪ ਦੇ ਵਿੱਚ ਨਹੀਂ ਗਿਣਿਆ ਜਾਂਦਾ ਪਿਆਰਿਓ, ਇਹ ਪੁੰਨ ਦੇ ਵਿੱਚ ਗਿਣਿਆ ਜਾਂਦਾ। ਕਿਉਂਕਿ ਇੱਕ ਜੇ ਪਾਪੀ ਮਰ ਜਾਵੇ, ਉਹਨੂੰ ਉਹਦੀ ਕੀਤੇ ਦੀ ਸਜ਼ਾ ਪ੍ਰਾਪਤ ਹੋ ਜਾਵੇ ਤੇ ਲੱਖਾਂ ਪਿਆਰਿਓ ਬੇਕਸੂਰ ਲੋਕ ਬਚ ਜਾਂਦੇ। ਜੇ ਤੁਸੀਂ, ਕਿਉਂਕਿ ਇਹੀ ਤਾਂ ਪਿਆਰਿਓ ਬਦਕਿਸਮਤੀ ਹੈ, ਕੋਈ ਗਲਤ ਕੰਮ ਕਰਦਾ, ਕੋਈ ਪਾਪ ਕਰਦਾ, ਆਪਾਂ ਕਹਿੰਦੇ ਆ ਜੀ ਕੀ ਲੈਣਾ ਦੇਣਾ ਜੀ, ਸਾਨੂੰ ਕੀ ਲੈਣਾ ਦੇਣਾ, ਚਲੋ ਫਿਰ ਬਾਅਦ ਦੇ ਵਿੱਚ ਜਦੋਂ ਅੱਤ ਹੋ ਜਾਂਦੀ ਆਪਾਂ ਭੁਗਤਦੇ ਆਂ, ਵਿਰਲਾਪ ਕਰਦੇ ਆਂ। ਲੇਕਿਨ ਉਹੀ ਪਿਆਰਿਓ ਉਹਨੂੰ ਹਟਾ ਦਿਓ, ਇੱਕ ਬੰਦੇ ਨੂੰ, ਪਾਪੀ ਨੂੰ ਹਟਾ ਦਿਓ, ਉਹਨੂੰ ਪਾਸੇ ਕਰ ਦਿਓ, ਮਾਰ ਦਿਓ, ਖਤਮ ਕਰ ਦਿਓ, ਤਾਂ ਪਿਆਰਿਓ ਲੱਖਾਂ ਜਿਹੜੇ ਬੇਗੁਨਾਹ ਬਚੇ ਜਾਂਦੇ ਹਨ, ਉਹਨਾਂ ਦੇ ਉੱਤੇ ਜ਼ੁਲਮ ਨਹੀਂ ਹੋਵੇਗਾ। ਇਸ ਤਰ੍ਹਾਂ ਮਹਾਰਾਜ ਜੀ ਨੇ ਕਿਹਾ ਕਿ ਸ਼ਸਤਰਧਾਰੀ ਬਣ ਕਰਕੇ ਇਹ ਦੁਸ਼ਟ ਵੈਰੀ ਜਿਹੜੇ ਹਨ ਇਹਨਾਂ ਦਾ ਖਾਤਮਾ ਕਰਨਾ ਕਰੋ। ਹਤ ਹੁਕਮ ਮੌਤ ਮਹਾ ਦੁਖ ਦੀ, ਇਹੋ ਜਿਹਾ ਦੁੱਖ ਦੇ ਕਰਕੇ ਇਹਨਾਂ ਨੂੰ, ਪਾਪੀਆਂ ਨੂੰ, ਇਹਨਾਂ ਦੀ ਕੀਤੀ ਸਜ਼ਾ ਜੋ ਹੈ ਇਹਨਾਂ ਨੂੰ ਦੇਣਾ ਕਰੋ। ਸ੍ਰੀ ਗੁਰੂ ਅਮਰਦਾਸ ਕੀ ਨਾਲ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਆਦਿ ਸਤਿਗੁਰੂ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਅੰਸ ਬੰਸ ਜੋ ਹੈ ਨਿਕਟ ਹਕਾਰੂ ਕੁਲ ਅਵਿਤੰਸ਼, ਉਹਨਾਂ ਨੂੰ ਆਪਣੇ ਕੋਲ ਬਣਾਉਣਾ ਕਰੋ, ਕਿਉਂਕਿ ਉਹ ਸਾਡੇ ਵੱਡ ਵਡੇਰੇ ਸ਼੍ਰੋਮਣੀ ਹਨ। ਪ੍ਰਥਮ ਰੀਤ ਕਰ ਲੀਜਹਿ ਟੀਕਾ, ਸਤਿਗੁਰੂ ਮਹਾਰਾਜ ਨੇ ਤਾਂ ਪਹਿਲਾਂ ਹੀ ਗੁਰਤਾ ਗੱਦੀ ਤੇ ਬਿਰਾਜਮਾਨ ਕਰਕੇ ਆਏ, ਫਿਰ ਵੀ ਇੱਕ ਰਸਮੀ ਤੌਰ ਤੇ ਜਦੋਂ ਭੋਗ ਪੈ ਜਾਂਦਾ ਪਿਆਰਿਓ, ਜਦੋਂ ਆਪਾਂ 17ਵੀਂ ਕਰਦੇ ਆ ਜਾਂ ਦੁਸਹਿਰਾ ਮਨਾਉਂਦੇ ਆ, ਉਸ ਵੇਲੇ ਵੀ ਪਿਆਰਿਓ ਇਹ ਰਸਮ ਕੀਤੀ ਜਾਂਦੀ ਹੈ ਦਸਤਾਰ ਦੀ, ਉਹ ਰਸਮ ਫਿਰ ਪੂਰਾ ਕਰਨਾ ਕਰੋ। ਸਕਲ ਬੜਨ ਸੰਗ ਕਹਿ ਬਚਨੀਕਾ, ਮਹਾਰਾਜ ਜੀ ਨੇ ਕਿਹਾ ਜਿੰਨੇ ਵੀ ਵੱਡ ਵਡੇਰੇ ਆਦ ਸਿੱਖ, ਬਾਬਾ ਬੁੱਢਾ ਸਾਹਿਬ ਜੀ ਆਦਿਕ, ਉਹਨਾਂ ਦੇ ਨਾਲ ਪ੍ਰੇਮ ਦੇ ਨਾਲ ਵਿਚਰਨਾ ਰਹਿਣਾ ਹੈ। ਰਿੱਧ ਆਦਿਕ ਸਿੱਖਨ ਸਨਮਾਨ, ਮਹਾਰਾਜ ਜੀ ਕਹਿੰਦੇ ਬਾਬਾ ਬਿਰਧ ਭਾਵ ਕੇ ਬਾਬਾ ਬੁੱਢਾ ਸਾਹਿਬ ਜੀ ਆਦਿਕ, ਭਾਈ ਗੁਰਦਾਸ ਸਾਹਿਬ ਜੀ ਆਦਿਕ, ਜਿੰਨੇ ਵੀ ਮੁੱਢ ਕਦੀਮੀ ਸਿੱਖ ਹਨ ਉਹਨਾਂ ਦਾ ਸਨਮਾਨ ਕਰਨਾ ਕਰੋ। ਪੂਰਾ ਗੁਰਨ ਕੀ ਰੀਤ ਪ੍ਰਮਾਨ, ਬਾਕੀ ਦੀ ਜੋ ਮਰਿਆਦਾ ਜਿਹੜੀ ਹੈ, ਜੋ ਮਰਿਆਦਾ ਗੁਰੂ ਘਰ ਦੇ ਵਿੱਚ ਚਲੀ ਆ ਰਹੀ ਹੈ, ਉਹਦੇ ਵਿੱਚ ਫੇਰ ਬਦਲ ਨਹੀਂ ਕਰਨਾ। ਉਹੀ ਮਰਿਆਦਾ ਜਿਹੜੀ ਹੈ ਉਹਨੂੰ ਲਾਗੂ ਰੱਖਣਾ ਕਰੋ, ਉਹਨੂੰ ਚਲਾਈ ਰੱਖੋ। ਨਈ ਰੀਤ ਇੱਕ ਰਣ ਕੀ ਬਸ ਇਹਦੇ ਵਿੱਚ ਨਵੀਂ ਮਰਿਆਦਾ ਨੂੰ ਸ਼ਾਮਲ ਕਰਨਾ, ਉਹ ਰਣ ਦੀ, ਉਹ ਸ਼ਸਤਰਧਾਰੀ ਬਣਨ ਦੀ, ਇਹ ਨਵੀਂ ਮਰਿਆਦਾ ਜਿਹੜਾ ਹੈ। ਕਿਉਂਕਿ ਸੰਤਾਂ ਦੀ ਤਾਂ ਮਰਿਆਦਾ ਚਲੀ ਆ ਰਹੀ ਹੈ, ਹੁਣ ਸਿਪਾਹੀ ਦੀ ਮਰਿਆਦਾ ਭਾਵ ਕਿ ਸ਼ਾਸਤਰ ਦੀ ਮਰਿਆਦਾ ਚਲੀ ਆ ਰਹੀ ਹੈ, ਹੁਣ ਸ਼ਸਤਰ ਦੀ ਵੀ ਮਰਿਆਦਾ ਨਾਲ ਜੋੜਨਾ ਕਰੋ। ਪਰ ਪ੍ਰਥਮ ਸਮਗਤੀ ਚਲੀ ਜੇ, ਬਾਕੀ ਦੀ ਮਰਿਆਦਾ ਪਹਿਲਾਂ ਜਿਸ ਤਰ੍ਹਾਂ ਚੱਲਦੀ ਹੈ ਆਦਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ, ਜੋ ਕਥਾ ਦੀ, ਕੀਰਤਨ ਦੀ, ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦੀ, ਉਹ ਮਰਿਆਦਾ ਨੂੰ ਨਿਰੰਤਰ ਜਾਰੀ ਰੱਖਣਾ। ਦਾਹ ਦੇਹ ਨਹਿ ਕਰਹੁ ਹਮਾਰੀ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਸਾਡੇ ਤੋਂ ਬਾਅਦ ਸਾਡੇ ਸਰੀਰ ਦਾ ਦਾਹ ਸੰਸਕਾਰ ਨਹੀਂ ਕਰਨਾ। ਦੇਹੁ ਪ੍ਰਵਾਹ ਇਸ ਸਲਤਾ ਬਾਰੀ, ਇਹ ਜੋ ਸਲਤਾ ਹੈ ਵਹਿਣ ਦੇ ਵਿੱਚ ਸਾਡੇ ਸਰੀਰ ਦਾ ਜਲ ਪ੍ਰਵਾਹ ਕਰ ਦਿਓ। ਦਰਸ਼ਨ ਹਮਰੂ ਇਹ ਦਰਿਆ, ਜਿਹੜਾ ਵੀ ਸ਼ਰਧਾ ਭਾਵਨਾ ਦੇ ਨਾਲ ਆ ਕਰਕੇ ਰਾਵੀ ਦਰਿਆ ਦੇ ਦਰਸ਼ਨ ਕਰੇਗਾ, ਇਹਦੇ ਵਿੱਚੋਂ ਸਾਡੇ ਦਰਸ਼ਨ ਪ੍ਰਾਪਤ ਹੋਣਗੇ। ਉੱਤਰ ਦੇਸ਼ ਸਿਰ ਦਰਸ਼ਨ ਪਾਉ, ਉੱਤਰ ਦਿਸ਼ਾ ਦੇ ਵਿੱਚ ਸਿਰ ਤੇ ਦੱਖਣ ਦੇ ਵੱਲ ਸਾਡਾ, ਕਿਉਂਕਿ ਇਹ ਵਹਿਣ ਇਸ ਪਾਸੇ ਇੰਜ ਜਾਂਦਾ ਹੈ। ਇੱਕ ਰਬਾਬੀ ਤਬ ਚਲਾਇ, ਜਦੋਂ ਮਹਾਰਾਜ ਜੀ ਉਤਾਰਾ ਲੈ ਕਰਕੇ ਆਇਆ, ਮਹਾਰਾਜ ਜੀ ਦੇ ਦਰਸ਼ਨ ਕੀਤੇ। ਤਾਹਿ ਕੋ ਕੀਰਤਨ ਕਰੋ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਆ ਭਈ ਰਬਾਬੀਆ, ਧੁਰ ਕੀ ਬਾਣੀ ਦਾ ਕੀਰਤਨ ਕਰਨਾ ਕਰ। ਸਲਤਾ ਤੀਰ ਰੁਚਿਲ ਥਲ ਥਿਰ ਹੋ, ਆ ਜਿਹੜੀ ਸਲਤਾ ਵਹਿਣ ਦਾ ਜੋ ਪ੍ਰਵਾਹ, ਇਹਦੇ ਕੰਢੇ ਬੈਠ ਕਰਕੇ ਤੂੰ ਜੋ ਹੈ ਰੱਬ ਦੀ ਬਾਣੀ, ਧੁਰ ਕੀ ਬਾਣੀ ਦਾ ਕੀਰਤਨ ਸਾਨੂੰ ਸਰਵਣ ਕਰਾਉਣਾ ਕਰ। ਗੁਰੂ ਪਛਾਨੇ ਬੰਧਨ ਕੇ, ਰਬਾਬੀ ਨੇ ਪਹਿਲੇ ਤਾਂ ਨਹੀਂ ਪਹਿਚਾਣਿਆ, ਲੇਕਿਨ ਫਿਰ ਬਾਅਦ ਦੇ ਵਿੱਚ ਅੱਖਾਂ ਖੋਲ ਕੇ ਚੰਗੀ ਤਰ੍ਹਾਂ ਤੱਕਦਾ, ਉਹ ਮਨ ਵਿੱਚ ਸੋਚਦਾ ਇਹ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ਼ ਹਨ।
ਮਹਾਰਾਜ ਜੀ ਨੂੰ ਪਹਿਚਾਣ ਕੇ ਹੱਥ ਜੋੜ ਕਰਕੇ ਉਹਨੇ ਮੱਥਾ ਟੇਕਿਆ ਹੈ। ਗਾਵਨ ਲਗਿਓ ਸ਼ਬਦ ਰਸ ਭੀ, ਮਹਾਰਾਜ ਜੀ ਦੇ ਕਹਿ ਮੁਤਾਬਕ ਉਹਨੇ ਸ਼ਬਦ ਦਾ ਰਸ ਪਿੰਨਾ ਕੀਰਤਨ ਕਰਨਾ ਕੀਤਾ। ਬ੍ਰਹਮਾਦਿਕ ਲਖ ਕਰ ਗੁਰ ਧਿਆਏ, ਹੁਣ ਕਵੀ ਰਾਜ ਜੀ ਕਹਿੰਦੇ ਹਨ ਕਿ ਸਤਿਗੁਰੂ ਮਹਾਰਾਜ ਜੀ ਦਾ ਅਸਵਾਰਾ ਜਾਣ ਕਰਕੇ ਬ੍ਰਹਮਾ ਤੋਂ ਆਦਿਕ ਜਿੰਨੇ ਵੀ ਦੇਵੀ ਦੇਵਤੇ ਹਨ, ਇੰਦਰਾਦਿਕ ਸੁਰ ਗੁਰ ਸੁਰ ਝਾਈ, ਇੰਦਰਾਦਿਕ ਜਿੰਨੇ ਵੀ ਦੇਵੀ ਦੇਵਤੇ ਉਹ ਵੀ ਪਹੁੰਚ ਗਏ। ਵਿਦਿਆਤਰ ਉਤਲਾਵਤ ਆਏ, ਵਿਦਿਆ ਤਾਰਾ ਇਹ ਬਹੁਤ ਕਾੜੀ ਦੇ ਨਾਲ ਆ ਗਏ। ਕਿੰਨਰ ਜਸ਼ ਅਪਸਰਾ ਲਿਆਈ, ਕਿੰਨਰ ਹੋ ਗਿਆ ਜਚ ਤੇ ਅਪਸਰਾਵਾਂ ਇਹ ਵੀ ਆ ਗਏ। ਸਕਲ ਵਾਯੁਗਨ ਸਿੱਧ ਅਰਚਾਰਨ, ਬਹੁਤ ਵਾਯੂ ਆਦਿਕ ਜਿੰਨੇ ਵੀ ਸਿੱਧ ਆਦਿਕ ਇਹ ਵੀ ਪਹੁੰਚ ਗਏ। ਨਭ ਥਿਤ ਜੈ ਜੈ ਕਰਹਿ ਉਚਾਰਨ, ਸਾਰੇ ਨਭ ਦੇ ਵਿੱਚ ਆਕਾਸ਼ ਦੇ ਵਿੱਚ ਖੜ ਗਏ। ਸਾਰੇ ਹੱਥ ਜੋੜ ਕਰਕੇ ਕਹਿੰਦੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੁਹਾਡੀ ਜੈ ਜੈਕਾਰ ਹੋਵੇ, ਤੁਹਾਡੀ ਜੈ ਜੈਕਾਰ ਹੋਵੇ। ਆਪਾਂ ਵੀ ਪਿਆਰਿਓ ਉਚਾਰਨ ਕਰਨਾ ਕਰੀਏ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਭਇਓ ਵਿਵਾਨ ਸਹਿਤ ਅਸਮਾਨ, ਅਸਮਾਨ ਦੇ ਵਿੱਚ ਮਹਾਰਾਜ ਜੀ ਵਾਸਤੇ ਵਿਵਾਨ ਤਿਆਰ ਹੋ ਗਿਆ। ਸ੍ਰੀ ਜਹ ਕਹਿ ਜੋਤ ਮਹਾ, ਨਭ ਮੰਡਲ ਦੇ ਵਿੱਚ ਬਹੁਤ ਜ਼ਿਆਦੀ ਆਭਾ ਜੋਤ ਪਸਰ ਰਹੀ ਹੈ। ਗੋਰਖਨਾਥ ਲਿਏ ਗਨ ਚੇਤ, ਗੋਰਖਨਾਥ ਆਪਣੇ ਚੇਲਿਆਂ ਨੂੰ ਲੈ ਕਰਕੇ ਅਜ਼ਮਤੀ ਮੇਲ ਸਕੇਲਾ, ਜੋ ਅਜ਼ਮਤੀ ਪੀਰ ਜਿਹੜੇ ਹਨ ਇਸਲਾਮੀ ਮਤ ਦੇ ਉਹ ਵੀ ਗੁਪਤ ਰੂਹਾਂ ਦੇਵ ਆਤਮਾਵਾਂ ਉਹ ਵੀ ਪਹੁੰਚ ਗਈਆਂ। ਗੁਪਤ ਆਏ ਸਭ ਮੰਗਲ ਇਹ ਕਰੇ, ਪ੍ਰਤੱਖ ਨਹੀਂ ਹੈ ਪਿਆਰਿਓ, ਇਹ ਗੁਪਤ ਆ ਕਰਕੇ ਇਹਨਾਂ ਨੇ ਮੰਗਲ ਕਰਨਾ ਕੀਤਾ। ਮਿਤ ਪੈਜੈ ਮਿਤ ਬਿਗਸੈ, ਜਦੋਂ ਪਿਆਰਿਓ ਕੋਈ ਬਾਜੀ ਜਿੱਤ ਕੇ ਆਉਂਦਾ ਨਾ ਤੇ ਫਿਰ ਆਪਾਂ ਕਿਸ ਤਰ੍ਹਾਂ ਉਹਦਾ ਸਨਮਾਨ ਸਤਿਕਾਰ ਕਰਦੇ। ਇਹਨਾਂ ਨੇ ਕਿਹਾ ਸਤਿਗੁਰੂ ਮਹਾਰਾਜ ਸੋ ਜਿਣ ਬਾਜੀ ਘਰ ਆਇਆ, ਆਪ ਜੀ ਸੰਸਾਰ ਦੀ ਬਾਜੀ ਜਿੱਤ ਕਰਕੇ ਸੰਸਾਰ ਦੇ ਵਿੱਚ ਸ਼ਹਾਦਤ ਦੀ ਮਰਿਆਦਾ ਨੂੰ ਤੋੜ ਕਰਕੇ ਨਾਲ ਸੰਸਾਰੀ ਲੋਕਾਂ ਦਾ ਭਲਾ ਕਰਕੇ ਕਲਯੁਗ ਦੇ ਜਹਾਜ਼ ਬਣ ਕਰਕੇ ਆ ਰਹੇ ਹੋ ਤੇ ਮਹਾਰਾਜ ਜੀ ਦੇ ਸਵਾਗਤ ਦੇ ਵਿੱਚ ਉਹਨਾਂ ਨੇ ਜੈ ਜੈਕਾਰ ਲਾਉਣੀ ਕੀਤੀ। ਪਰਵਾਰਤ ਚਹੁ ਦਿਸ਼ ਮਹਿ ਥਿਰ ਹੈ, ਚੌ ਦਿਸ਼ਾ ਤੋਂ ਇਹਨਾਂ ਨੇ ਗੁਪਤ ਤੌਰ ਦੇ ਉੱਤੇ ਆ ਕਰਕੇ ਖੜਨਾ ਕੀਤਾ। ਸਤਿਗੁਰ ਚਰਿਤ ਕਹੈ ਕੋ ਸੁਨੈ, ਕੋਈ ਸਤਿਗੁਰੂ ਮਹਾਰਾਜ ਜੀ ਦਾ ਚਰਿੱਤਰ ਕਹਿ ਰਿਹਾ, ਕੋਈ ਸਰਵਣ ਕਰ ਰਿਹਾ। ਵਿਸਮਤ ਹੋਏ ਕਰ ਉਰਮਹਿ ਗੁਨੈ, ਸਾਰੇ ਬੜੇ ਵਿਸਮਿਤ ਹੋ ਕਰਕੇ ਕਿ ਅੱਛਾ ਭਾਈ ਇਹੋ ਜਿਹੇ ਗੁਣ ਹਾਲੇ ਤੱਕ ਜਦੋਂ ਤੋਂ ਸੰਸਾਰ ਦੀ ਆਰੰਭਤਾ ਹੋਈ ਹੈ ਇਹੋ ਜਿਹਾ ਕਾਰਾ ਇਹੋ ਜਿਹੇ ਕਰਮ ਕਿਹਨੇ ਨਹੀਂ ਕਰਨੇ ਕੀਤੇ, ਜਿਹੋ ਜਿਹੇ ਕਰਮ ਜਿਹੋ ਜਿਹੇ ਸਤਿਗੁਰੂ ਮਹਾਰਾਜ ਜੀ ਨੇ ਲੀਲਾ ਕੀਤੀ ਤੇ ਮਹਾਰਾਜ ਜੀ ਦੀ ਉਪਮਾ ਉਹਨਾਂ ਨੂੰ ਹੀ ਬਣ ਕੇ ਆਉਂਦੀ ਹੈ। ਇਨ ਸਮ ਧੀਰਜ ਧਰਨੀ ਮਾਹ, ਸਾਰੇ ਕਹਿੰਦੇ ਕਿ ਇਹਨਾਂ ਵਰਗਾ ਧੀਰਜ ਤਾਂ ਧਰਤੀ ਵਿੱਚ ਵੀ ਨਹੀਂ ਹੈ। ਜਗ ਮਹਿ ਅਪਰ ਵਿਚਰੀਐ ਕਾ, ਜਦੋਂ ਆਪਾਂ ਕਹਿੰਦੇ ਆ ਕਿ ਧਰਤੀ ਧੀਰਜ ਦੀ ਘਰ ਹੈ, ਧੀਰਜ ਦਾ ਧੁਰਾ ਹੈ, ਜਦੋਂ ਮਹਾਰਾਜ ਜੀ ਦੇ ਅੱਗੇ ਧਰਤੀ ਵੀ ਫੇਲ ਹੋ ਜਾਂਦੀ ਤਾਂ ਤੁਸੀਂ ਦੱਸੋ ਮਹਾਰਾਜ ਜੀ ਦੀ ਕੌਣ ਬਰਾਬਰੀ ਕਰ ਸਕਦਾ। ਇੰਨਾ ਧੀਰਜ ਇੰਨਾ ਅਤ ਦੇ ਤਸ਼ੱਦਦ ਇਹਨਾਂ ਨੇ ਢਾਲਣੇ ਕੀਤੇ, ਫਿਰ ਵੀ ਮਹਾਰਾਜ ਜੀ ਨੇ ਇਹੀ ਬਚਨ ਕੀਤਾ ਕਿ ਭਾਈ ਤੇਰਾ ਕੀਆ ਮੀਠਾ ਲੱਗੈ, ਕਿ ਐ ਪ੍ਰਮਾਤਮਾ ਜੀਓ ਜੋ ਤੂੰ ਕਰਾ ਰਿਹਾ ਹੈ, ਜੋ ਤੂੰ ਕਰਾ ਇਹ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਜੋ ਤੂੰ ਕਰਵਾ ਰਿਹਾ ਹੈ ਇਹ ਤੇਰੀ ਕਾਰ ਭਲੀ ਹੈ। ਅਜਰ ਜਰੀ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਇੰਨੇ ਦੁੱਖ ਆਏ, ਇੰਨੀਆਂ ਤਸ਼ੱਦਦਾਂ ਹੋਣ ਦੇ ਬਾਵਜੂਦ ਵੀ ਮਹਾਰਾਜ ਅਡੋਲ ਰਹੇ ਹਨ। ਮਹਿ ਸੰਕਲਪ ਹਿਰਦੇ ਮਹਿ ਕੀਨਾ, ਰਤਾ ਮਾਤਰ ਵੀ ਮਹਾਰਾਜ ਜੀ ਨੇ ਸੰਕਲਪ ਨਹੀਂ ਕੀਤਾ। ਦੁਖੀ ਕਹੋ ਕਰਬੇ ਸੁਖ ਹੀ ਨਾ, ਬਸ ਇਹ ਜੇ ਮਹਾਰਾਜ ਜੀ ਚਾਹੁੰਦੇ ਨਾ ਸਿਰਫ ਇਸ਼ਾਰਾ ਕਰ ਦਿੰਦੇ ਤਾਂ ਇਹ ਦੋਖੀ ਨੇ ਗਰਕ ਜਾਣਾ ਸੀ, ਖਤਮ ਹੋ ਜਾਣਾ। ਫਿਰ ਵੀ ਮਹਾਰਾਜ ਜੀ ਨੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਕੀਤਾ। ਇਨਕੀ ਉਪਮਾ ਇਨਹੂ ਬਨੈ, ਇਹਨਾਂ ਦੀ ਉਪਮਾ ਤੇਰੀ ਉਪਮਾ ਤੋਹੇ ਬਨ ਆਵੇ। ਇਹਨਾਂ ਦੀ ਉਪਮਾ ਆਪਾਂ ਦੂਜਿਆਂ ਨੂੰ ਕਿਸ ਤਰ੍ਹਾਂ ਦੇ ਸਕਦੇ ਆ, ਕਿਉਂਕਿ ਉਪਮਾ ਦਾ ਲਾਇਕ ਕੋਈ ਹੋਵੇ। ਸੂਰਜ ਜਿਹੜਾ ਪਿਆਰਿਓ ਕਦੇ ਆਪਾਂ ਸੂਰਜ ਦੀ ਤੁਲਨਾ ਕਰ ਸਕਦੇ ਆ ਨਹੀਂ ਪਿਆਰਿਓ, ਸੂਰਜ ਜਿਹੜਾ ਇੱਕੋ ਹੀ ਹੈ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਦੀ ਉਪਮਾ ਪਿਆਰਿਓ ਉਸ ਵੇਲੇ ਬਣਦੀ ਜਦੋਂ
ਕੋਈ ਦੂਜਾ ਉਹੋ ਜੇ ਗੁਣ ਵਾਲਾ ਹੁੰਦਾ। ਮਹਾਰਾਜ ਜੀ ਵਰਗਾ ਕੋਈ ਦੂਜਾ ਨਹੀਂ ਹੈ। ਸਹੀ ਸਜਾਏ ਨ ਆਨੀ ਮਨੈ। ਇਨ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਅਕਹਿ ਤੇ ਅਕਹਿ ਸਜਾਵਾਂ ਨੂੰ ਝਲਣਾ ਕੀਤਾ, ਲੇਕਿਨ ਮਨ ਵਿੱਚ ਮਹਾਰਾਜ ਜੀ ਦੇ ਰੱਤਾ ਮਾਤਰ ਫਰਕ ਨਹੀਂ ਪਿਆ ਹੈ। ਅਨੇਕ ਪ੍ਰਕਾਰ ਗਗਨ ਮਹਿ ਕਹਿ। ਅਨੇਕ ਪ੍ਰਕਾਰ ਦੇ ਨਾਲ ਆਕਾਸ਼ ਮੰਡਲ ਦੇ ਵਿੱਚ ਦੇਵਤੇ ਮਹਾਰਾਜ ਜੀ ਦਾ ਜਸ ਕਰਦੇ। ਅਬ ਆਵਹਿ ਸਗਰੈ ਚਿਤ ਚਹਿ। ਸਾਰੇ ਚਾਹੁੰਦੇ ਕਿ ਭਾਈ ਹੁਣ ਸਤਿਗੁਰੂ ਮਹਾਰਾਜ ਦੇਵਪੁਰੀ ਮੈਂ ਗਇਓ, ਆਪ ਪਰਮੇਸ਼ਰ ਭਾਇਓ। ਹਰ ਸਿੰਘਾਸਨ ਦਿਓ, ਸ੍ਰੀ ਗੁਰ ਤਹਿ ਬੈਠਾਇਓ। ਰਹਸ ਕੀਓ ਸੁਰ ਦੇਵ ਤੋਹਿ, ਜਸ ਜੈ ਜੈ ਜੰਪਹਿ। ਅਸੁਰ ਗਏ ਤੇ ਪਾਪ ਤਨ ਪੀਤਰ ਕੰਪਹਿ। ਸਾਰੇ ਕਹਿੰਦੇ ਕਿ ਹੁਣ ਸਤਿਗੁਰੂ ਮਹਾਰਾਜ ਜੀ ਨੇ ਮਾਤ ਲੋਕ ਦੀ ਯਾਤਰਾ ਪੂਰੀ ਕਰਕੇ ਦੇਵ ਲੋਕ ਦੇ ਵਿੱਚ ਆਣਾ ਹੈ, ਪ੍ਰਭ ਪੁਰ ਪਿਆਨਾ ਕਰਨਾ। ਸ੍ਰੀ ਸਤਿਗੁਰ ਤਬ ਕੁਸ਼ਾ ਮੰਗਾਈ। ਸਤਿਗੁਰੂ ਮਹਾਰਾਜ ਜੀ ਨੇ ਉਸ ਵੇਲੇ ਕੁਸ਼ਾ ਨੂੰ ਮੰਗਵਾਇਆ। ਇਸ ਦਿਜ ਕੇ ਕਰਤੇ ਸਮੁਦਾਇ। ਫਿਰ ਸਿੱਖਾਂ ਨੇ ਪਿਆਰਿਓ ਉਹਦਾ ਪ੍ਰਬੰਧ ਕਰਨਾ ਕੀਤਾ। ਆਸ ਤਰਨ ਅਵਨੀ ਪਰ ਕੀ। ਫਿਰ ਉੱਥੇ ਹੀ ਦਰਿਆ ਦੇ ਕੰਢੇ ਪੂਰਾ ਵਿਛਾਉਣਾ ਵਿਛਾ ਦਿੱਤਾ ਗਿਆ। ਦੇਖੋ ਪਿਆਰਿਓ, ਮਹਾਰਾਜ ਜੀ ਨੇ ਕਿਹਾ ਨਾ ਕਿ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਕਿ ਸਤਿਗੁਰੂ ਮਹਾਰਾਜ ਪਰਉਪਕਾਰੀ ਹਨ, ਇਹ ਜਨਮ ਤੇ ਮਰਨ ਦੇ ਵਿੱਚ ਨਹੀਂ ਆਉਂਦੇ। ਤੇ ਜੇ ਆਉਂਦੇ ਤਾਂ ਪਿਆਰਿਓ ਆਪਣੀ ਇੱਛਾ ਦੇ ਨਾਲ ਆਉਂਦੇ, ਤੇ ਆਪਣੀ ਇੱਛਾ ਦੇ ਨਾਲ ਉਹ ਆਪਣੇ ਤਨ ਦਾ ਤਿਆਗ ਵੀ ਕਰ ਦਿੰਦੇ ਹਨ। ਕਿ ਇਹ ਕਿਤੇ ਹੋ ਸਕਦਾ ਪਿਆਰਿਓ ਕਿ ਸਤਿਗੁਰੂ ਮਹਾਰਾਜ ਜੀ ਨੇ ਪੂਰਾ ਆਪਣਾ ਪ੍ਰਬੰਧ ਕਰਨਾ ਕੀਤਾ। ਬੇਸਕ ਚਾਦਰਾ ਉਪਰ ਲੈਣਾ। ਫਿਰ ਮਹਾਰਾਜ ਜੀ ਨੇ ਉਹਦੇ ਉੱਤੇ ਵਿਰਾਜਮਾਨ ਹੋ ਗਏ। ਜਦੋਂ ਪੂਰਾ ਆਸਨ ਵਿਛਾਇਆ ਗਿਆ, ਸਤਿਗੁਰੂ ਮਹਾਰਾਜ ਦੇਖੋ ਕਿਹੋ ਜਿਹਾ ਨਜ਼ਾਰਾ ਹੋਵੇਗਾ। ਬਹੁਤ ਸ਼ਾਂਤੀ ਦੇ ਨਾਲ ਜਾ ਕਰਕੇ ਉਹਦੇ ਆਸਨ ਦੇ ਉੱਤੇ ਸਤਿਗੁਰੂ ਮਹਾਰਾਜ ਲੰਬੇ ਪੈ ਗਏ, ਤੇ ਇੱਕ ਚਿੱਟਾ ਚਾਦਰਾ ਜਿਹੜਾ ਆਪਣੇ ਤਨ ਦੇ ਉੱਤੋਂ ਭਾਵ ਕੇ ਸਿਰ ਤੋਂ ਲੈ ਕਰਕੇ ਪੈਰਾਂ ਤੱਕ ਮਹਾਰਾਜ ਜੀ ਨੇ ਢੱਕ ਲਿਆ। ਦੌੜ ਗਏ ਆਸ਼ਾਦਿਓ ਬਦਨ। ਸਤਿਗੁਰੂ ਮਹਾਰਾਜ ਜੀ ਲੰਬੇ ਪੈ ਗਏ, ਪੂਰੇ ਸਰੀਰ ਨੂੰ ਆਸ਼ਾਦਿਤ ਕਰਨਾ ਕੀਤਾ, ਢੱਕ ਲਿਆ। ਗਮਨ ਕਰਨ ਬੈਕੁੰਠ ਨਿਜ ਸਦਨ। ਨਿਜ ਸਦਨ ਸੱਚਖੰਡ ਗਮਨ ਕਰਨ ਵਾਸਤੇ ਮਹਾਰਾਜ ਜੀ ਨੇ ਪੂਰਾ ਕਮਰ ਕਸਾ ਕੱਸ ਲਿਆ ਹੈ। ਤਿਆਗ ਦੇਹ ਜਬ ਚੜ੍ਹੇ ਬਿਮਾਨ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਪੰਜ ਭੂਤਕ ਦੇਹੀ ਦਾ ਤਿਆਗ ਕਰਕੇ ਮਹਾਰਾਜ ਜੀ ਬਿਬਾਨ ਦੇ ਉੱਤੇ ਚੜ ਗਏ। ਡੰਕ ਸੁਰ ਬ੍ਰਿੰਦ ਨਿਸ਼ਾਨ। ਤੁਰੰਤ ਪਿਆਰਿਓ ਜਦੋਂ ਦੇਵਤਿਆਂ ਨੇ ਤੱਕਣਾ ਕੀਤਾ ਕਿ ਸਤਿਗੁਰੂ ਮਹਾਰਾਜ ਜੀ ਹੁਣ ਬਿਬਾਨ ਤੇ ਚੜ ਗਏ, ਸੱਚਖੰਡ ਨੂੰ ਆਉਣਾ, ਉਹਨਾਂ ਨੇ ਜਸ ਦੇ ਡੰਕੇ ਵਜਾ ਦਿੱਤੇ, ਨਗਾਰੇ ਵੱਜਣ ਲੱਗੇ, ਸ਼ਹਿਨਾਈਆਂ ਵੱਜਣ ਲੱਗੀਆਂ। ਅੰਜੁਲ ਫੂਲਨ ਅੰਜੁਲ ਡਾਰ। ਸਾਰੇ ਦੇਵਤੇ ਵਾਰੀ ਵਾਰੀ ਆ ਕਰਕੇ ਬੁੱਕਾਂ ਭਰ ਭਰ ਕੇ ਮਹਾਰਾਜ ਜੀ ਦੇ ਉੱਤੇ ਫੁੱਲਾਂ ਦੀ ਵਰਖਾ ਕਰਦੇ। ਜੈ ਜੈ ਏਕੋ ਵਾਰ ਇੱਕੋ ਵਾਰ ਸਾਰੇ ਦੇਵਤਿਆਂ ਨੇ ਜੈ ਜੈਕਾਰ ਦੀ ਧੁਨੀ ਕਰ ਦਿੱਤੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੁਹਾਡੀ ਜੈ ਜੈਕਾਰ ਹੋਵੇ, ਤੁਹਾਡੀ ਜੈ ਜੈਕਾਰ ਹੋਵੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਨਾ। ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਪਿਆਰਿਓ ਜਦੋਂ ਸ਼ਹੀਦ ਕੀਤਾ ਗਿਆ, ਬੇਸ਼ੱਕ ਧਰਤੀ ਦੀ ਹਾਲਾਤ ਵੱਖਰੀ ਸੀ, ਧਰਤੀ ਦੇ ਵਿੱਚ ਹਾਹਾਕਾਰ ਮਚ ਗਈ ਸੀ। ਸਾਰੇ ਕਹਿੰਦੇ ਸੀ ਹੈ ਸਭ ਜਗ ਭਇਓ, ਭਾਵ ਕਿ ਜਗਤ ਦੇ ਵਿੱਚ ਹਾਹਾਕਾਰ ਮਚ ਗਿਆ। ਦੇ ਲੋਕ ਦੇ ਵਿੱਚ ਸੱਚਖੰਡ ਦੇ ਵਿੱਚ ਮਹਾਰਾਜ ਜੀ ਦਾ ਜੈ ਜੈਕਾਰ ਹੋ ਰਿਹਾ ਹੈ, ਜੈ ਜੈਕਾਰ ਹੋ ਰਿਹਾ ਹੈ। ਵਾਰ ਆਰਤੀ ਪੁੰਜ ਉਤਾਰ। ਸਾਰੇ ਵਾਰੀ ਵਾਰੀ ਆ ਕਰਕੇ ਆਰਤੀਆਂ ਕਰਦੇ। ਧੂਪ ਤੁਖਾਓ ਸੁਗੰਧ ਵਿਥਾਰ। ਧੂਪ ਤੁਖਾਉਂਦੇ ਹਨ, ਸੁਗੰਧੀ ਦਾ ਵਿਸਥਾਰ ਕਰਦੇ ਜੀ। ਉਤਸਵ ਕੋ ਸਗਰੇ ਤਾਰੇ। ਸਾਰਿਆਂ ਨੇ ਦੇਵ ਲੋਕ ਦੇ ਵਿੱਚ ਬਹੁਤ ਜ਼ਿਆਦਾ ਉਤਸਵ ਕਰਨਾ ਕੀਤਾ। ਨਮਸਕਾਰ ਕਰ ਬੰਦ ਦਿਖਾ ਰਹੇ। ਨਮਸਕਾਰ ਕਰਕੇ ਹੱਥ ਜੋੜ ਕਰਕੇ ਡੰਡੌਤ ਕਰਦੇ। ਆਕਾਸ਼ ਅਰਣ ਹੀ ਬਰਨ। ਆਕਾਸ਼ ਜਿਹੜਾ ਪਿਆਰਿਓ ਅਰਣ ਬਰਨ ਦੇ ਵਿੱਚ ਆ ਗਿਆ, ਲਾਲੋ ਲਾਲ ਹੋ ਗਿਆ। ਲੋਕ ਅਚਰਜ ਉਰ ਕਰਨ। ਮਾਤ ਲੋਕ ਦੇ ਲੋਕਾਂ ਨੇ ਵੇਖ ਕਰਕੇ ਬੜਾ ਅਸਚਰਜ ਮੰਨਿਆ। ਸਿੱਖ ਕੀ ਸੁਤਾ ਜਾਨ ਤਬ ਗਈ। ਦੂਜੇ ਪਾਸੇ ਪਿਆਰਿਓ ਉਹ ਸਿੱਖ ਦੀ ਬੱਚੀ ਜੋ ਹੈ ਇਹਦੇ ਘਰੋਂ ਨੂੰਹ ਸੀ, ਉਹ ਵੀ ਜਾਣ ਗਈ ਕਿ ਹੁਣ ਮਹਾਰਾਜ ਜੀ ਨੇ
ਆਪਣਾ ਭਾਣਾ ਵਰਤਾ ਦਿੱਤਾ। ਤ੍ਰਿਣ ਸਮਤਨ ਪਰ ਹਰ ਸੰਗ ਭਾਈ। ਉਹਨੇ ਫਿਰ ਪਿਆਰਿਓ ਤ੍ਰਿਣ ਸਮਾਨ ਦੇਹ ਤਿੰਨ ਚੀਨਾ, ਤ੍ਰਿਣ ਦੇ ਵਾਂਗੂ ਉਹਨੇ ਆਪਣੇ ਦੇਹੀ ਦਾ ਤਿਆਗ ਕਰ ਦਿੱਤਾ। ਘਰ ਮਹਿ ਪਰੀ ਨ ਕਿਨਹੂ ਜਾਣੀ। ਘਰ ਦੇ ਵਿੱਚ ਉਸ ਤਰ੍ਹਾਂ ਪਈ ਹੋਈ ਹੈ, ਕਿਹਨੂੰ ਪਤਾ ਨਹੀਂ ਚੱਲਿਆ ਉਹਦੇ ਨਾਲ ਕੀ ਹੋਇਆ ਹੈ। ਭਈ ਗੁਰੂ ਸੰਗ ਭਾਗ ਮਹਾਨੀ। ਸਤਿਗੁਰੂ ਮਹਾਰਾਜ ਜੀ ਦਾ ਬਚਨ ਉਹਨੇ ਮੰਨਣਾ ਕੀਤਾ। ਸਤਿਗੁਰੂ ਮਹਾਰਾਜ ਜੀ ਦੇ ਨਾਲ ਉਹਨੇ ਪ੍ਰਭਪੁਰ ਪਿਆਨਾ ਕੀਤਾ ਹੈ। ਉਰਦ ਗੁਰੂ ਕੋ ਚਲਿਓ ਬਿਬਾਨਾ। ਸਤਿਗੁਰੂ ਮਹਾਰਾਜ ਜੀ ਦਾ ਬਿਬਾਨ ਪਿਆਰਿਓ ਉਰਦ ਆਕਾਸ਼ ਨੂੰ ਜਾ ਰਿਹਾ, ਸੱਚਖੰਡ ਦੇ ਵੱਲ ਜਾ ਰਿਹਾ। ਜਨ ਦੇਵਨ ਕੋ ਸੰਗ ਪਿਆਨਾ। ਬਹੁਤ ਸਾਰੇ ਦੇਵੀ ਦੇਵਤੇ ਮਹਾਰਾਜ ਜੀ ਦੇ ਬਿਮਾਨ ਦੇ ਨਾਲ ਪਿਆਨਾ ਕਰਦੇ। ਰਾਗਨੀ ਰਾਜ ਅਪਸਰਾ ਨਾਚੈ। ਜੋ ਅਪਸ਼ਰਾਵਾਂ ਹਨ ਰਾਗ ਰਾਗਨੀ ਮੰਗਲ ਗਾਇਆ, ਉਹਨਾਂ ਨੇ ਆਕਰ ਕੇ ਮੰਗਲਾਚਾਰ ਕੀਤਾ। ਚਲਹਿ ਅਗਾਰੀ ਕੌਤਕ ਮਾਚੈ। ਅੱਗੇ ਬਹੁਤ ਉਹਨਾਂ ਨੇ ਕੌਤਕ ਕਰਨਾ ਕੀਤਾ, ਬਹੁਤ ਜਸ ਹੋ ਰਿਹਾ ਹੈ। ਜੈ ਲਗ ਜਿਸ ਕੀ ਸ਼ਕਤ ਪਿਆਨਾ। ਜਿੱਥੋਂ ਤੱਕ ਜਿਸ ਦੇਵੀ ਦੇਵਤੇ ਦੀ ਸ਼ਕਤੀ ਹੈ। ਬਹਿਰ ਬਹਿਰ ਥਿਰਹਿ ਪਿਖ ਕਰ ਊਚਾਨਨ। ਫਿਰ ਤੂੰ ਬਹਿਰ ਬਹੁਰ ਥਿਰਹਿ ਪਿਖ ਕਰ ਊਚਾਨਨ। ਫਿਰ ਪਿਆਰਿਓ ਉਹ ਆਪਣੀ ਹੱਦ ਤੱਕ ਆ ਕਰਕੇ ਰੁਕ ਜਾਂਦੇ ਹਨ। ਮਹਾਰਾਜ ਜੀ ਦਾ ਬਿਬਾਨ ਅੱਗੇ ਨੂੰ ਜਾ ਰਿਹਾ ਹੈ। ਗੋਰਖ ਆਦ ਪੀਰ ਸਭ ਮੁਰੇ। ਗੋਰਖਨਾਥ ਆਦਿਕ ਜਿੰਨੇ ਵੀ ਪੀਰ ਜਿਹੜੇ ਹਨ ਫਿਰ ਵਾਪਸ ਆਪਣੀਆਂ ਮੰਡਲੀਆਂ ਦੇ ਵਿੱਚੋਂ ਜਿੱਥੋਂ ਤੱਕ ਉਹਨਾਂ ਦੀ ਸੀਮਾ ਹੈ ਉੱਥੋਂ ਤੱਕ ਆ ਕਰਕੇ ਵਾਪਸ ਮੁੜ ਗਏ। ਬੰਧਨ ਕਰ ਕਰ ਨਿਜ ਥਲ ਥਿਰੇ। ਸਾਰੇ ਬੰਧਨ ਕਰਕੇ ਆਪਣੇ ਆਪਣੇ ਨਿਜ ਆਸਣ ਤੇ ਟਿਕ ਗਏ। ਇੰਦਰ ਆਦਿਕ ਪੁਨ ਬੰਧਨ ਧਾਰੀ। ਇੰਦਰ ਆਦਿਕ ਜਿੰਨੇ ਵੀ ਦੇਵੀ ਦੇਵਤੇ ਹਨ ਉਹਨਾਂ ਨੇ ਵੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਬੰਦਨਾ ਕਰਨੀ ਕੀਤੀ। ਹਟੇ ਸੰਗ ਗੁਰ ਚਲੇ ਅਗਾਰੀ। ਸਾਰੇ ਜਿਹੜੇ ਹਨ ਫਿਰ ਹਟ ਗਏ ਸਤਿਗੁਰੂ ਮਹਾਰਾਜ ਅੱਗੇ ਨੂੰ। ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਜਾਣਾ ਨਾ, ਸੱਚਖੰਡ ਮਹਾਰਾਜ ਜੀ ਦਾ ਵਿਮਾਨ ਉੱਥੇ ਜਾ ਰਿਹਾ। ਬ੍ਰਹਮ ਲੋਕ ਲਗ ਬ੍ਰਹਮਾ ਸਾ। ਬ੍ਰਹਮ ਲੋਕ ਤੱਕ ਬ੍ਰਹਮਾ ਜੀ ਵੀ ਆਏ ਹਨ। ਹੁਣ ਆਗੇ ਗਮਨੇ ਗੁਰਨਾ। ਫਿਰ ਉਤੋਂ ਵੀ ਮਹਾਰਾਜ ਜੀ ਦਾ ਵਿਮਾਨ ਬ੍ਰਹਮ ਲੋਕ ਤੋਂ ਅੱਗੇ ਨਿਕਲ ਗਿਆ। ਆਪਣੇ ਸਦਨ ਬਿਕੁੰਠ ਪਹੁੰਚੇ। ਆਪਣਾ ਨਿਜ ਸਦਨ ਜਿਹੜਾ ਹੈ ਸੱਚਖੰਡ ਸਤਿਗੁਰੂ ਮਹਾਰਾਜ ਉਥੋਂ ਤੱਕ ਚੱਲ ਗਏ, ਪਹੁੰਚ ਗਏ। ਸਰਬ ਲੋਕ ਤੇ ਅਹਿ ਸੋ ਊਚੇ। ਕਵੀ ਰਾਜ ਜੀ ਕਹਿੰਦੇ ਕਿ ਬੇਸ਼ੱਕ ਇਹ ਸਾਰੇ ਲੋਕ ਇੰਦਰਪੁਰੀ ਹੈ, ਬ੍ਰਹਮਪੁਰੀ, ਸ਼ਿਵਪੁਰੀ, ਬੈਕੁੰਠਪੁਰੀ, ਇਹਨਾਂ ਸਾਰੀਆਂ ਪੁਰੀਆਂ ਦੇ ਵਿੱਚੋਂ ਸੱਚਖੰਡ ਜਿਹੜਾ ਸਰਬ ਸ੍ਰੇਸ਼ਟ ਹੈ। ਸਤਿਗੁਰੂ ਮਹਾਰਾਜ ਜੀ ਦਾ ਵਿਮਾਨ ਸੱਚਖੰਡ ਨੂੰ ਜਾ ਰਿਹਾ। ਕੀਤਿਕ ਦਿਨ ਸੁਰ ਗਨ ਬਚ ਕਹੈ। ਕਈ ਦਿਨ ਮਹਾਰਾਜ ਜੀ ਦਾ ਇਹ ਭਾਣਾ ਵਰਤਾਉਣ ਤੋਂ ਬਾਅਦ ਦੇਵਤਿਆਂ ਨੇ ਮਹਾਰਾਜ ਜੀ ਦਾ ਜਸ ਕੀਤਾ, ਚਰਚਾ ਕੀਤੀ। ਸਤਿਗੁਰ ਚਰਿਤ ਸੋ ਅਚਰਜ ਅਹੈ। ਸਾਰੇ ਕਹਿੰਦੇ ਕਿ ਸਤਿਗੁਰੂ ਮਹਾਰਾਜ ਜੀ ਦੇ ਚਰਿੱਤਰ ਜਿਹੜੇ ਹਨ ਬੜੇ ਅਸਚਰਜਤਾ ਦੇ ਨਾਲ ਭਰੇ ਹੋਏ। ਜਿਨ ਸਮਾਨਤਾ ਕਰਹਿ ਕੋਈ। ਸਾਰੇ ਕਹਿੰਦੇ ਕਿ ਸਤਿਗੁਰੂ ਮਹਾਰਾਜ ਜੀ ਦੀ ਸਮਾਨਤਾ ਪਾਈ ਕੋਈ ਨਹੀਂ ਕਰ ਸਕਦਾ। ਭੂਤ ਨਾ ਪਇਓ ਭਵਿਖਿਅਤ ਹੋਇ। ਕਹਿੰਦੇ ਕਿ ਨਾ ਭੂਤਕਾਲ ਦੇ ਵਿੱਚ ਜਦੋਂ ਤੱਕ ਸ੍ਰਿਸ਼ਟੀ ਦੀ ਆਰੰਭਤਾ ਹੋਈ ਹੈ, ਮਹਾਰਾਜ ਜੀ ਨੇ ਜੋ ਇਹ ਕੌਤਕ ਕਰਨਾ ਕੀਤਾ, ਜੋ ਸ਼ਹਾਦਤ ਸਤਿਗੁਰੂ ਮਹਾਰਾਜ ਜੀ ਨੇ ਵਰਤਾਈ ਹੈ, ਭੂਤਕਾਲ ਦੇ ਵਿੱਚ ਇਹੋ ਜਿਹਾ ਕੋਈ ਨਹੀਂ ਹੋਇਆ ਮਹਾਬਲੀ, ਤੇ ਨਾ ਹੀ ਭਵਿਸ਼ ਦੇ ਵਿੱਚ ਇਹੋ ਜਿਹਾ ਕੋਈ ਮਹਾਬਲੀ ਹੋਵੇਗਾ ਜੋ ਸਤਿਗੁਰੂ ਮਹਾਰਾਜ ਜੀ ਨੇ ਕੀਤਾ। ਉਹਨਾਂ ਦੀ ਉਪਮਾ ਉਹਨਾਂ ਤੋਂ ਹੀ ਬਣ ਕੇ ਆਉਂਦੀ ਹੈ। ਕਿਉਂਕਿ ਇਹ ਪ੍ਰਸੰਗ ਜਿਹੜਾ ਹੈ ਬੇਸ਼ੱਕ ਲਗਾਤਾਰ ਆਪਾਂ 4-5 ਦਿਨਾਂ ਤੋਂ ਸਤਿਗੁਰੂ ਮਹਾਰਾਜ ਜੀ ਦੀ ਕਥਾ ਨੂੰ ਸਰਵਣ ਕਰਨਾ ਕੀਤਾ। ਜ਼ਿਆਦਾਤਰ ਤਾਂ ਇਹ ਇਤਿਹਾਸ ਜਦੋਂ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ, ਇੰਜ ਲੱਗਦਾ ਕਿ ਭਾਈ ਇਹਦੇ ਵਿੱਚ ਮਹਾਰਾਜ ਜੀ ਦੀ ਸ਼ਹਾਦਤ ਦੇ ਪਿੱਛੇ ਚੰਦੂ ਦਾ ਸਭ ਤੋਂ ਮੁੱਖ ਰੋਲ ਸੀ। ਉਹਦੇ ਤੁਸਬ ਦੇ ਨਾਲ, ਉਹਦੀ ਈਰਖਾ ਦੇ ਨਾਲ ਮਹਾਰਾਜ ਜੀ ਦੀ ਸ਼ਹਾਦਤ ਹੋਈ ਹੈ। ਬੇਸ਼ੱਕ ਪਿਆਰਿਓ ਇਹ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ ਹਾਂ, ਲੇਕਿਨ ਸਤਿਗੁਰੂ ਮਹਾਰਾਜ ਜੀ ਦੀ ਸ਼ਹਾਦਤ ਜਿਹੜੀ ਹੈ ਪਿਆਰਿਓ ਬਹੁਤ ਗੁਪਤ ਤਰੀਕੇ ਦੇ ਨਾਲ, ਜਿਸ ਤਰ੍ਹਾਂ ਕਿ ਸਰਕਾਰਾਂ ਜਿਹੜੀਆਂ ਹੁੰਦੀਆਂ ਚਲਾਕ, ਇਹ ਰਾਜੇ ਮਹਾਰਾਜੇ ਵੱਡੇ ਲੋਕ ਹੁੰਦੇ, ਬਹੁਤ ਸਾਰੇ ਕੰਮ ਜਿਹੜੇ ਹਨ ਪਿਆਰਿਓ ਇਹ ਗੁਪਤ ਤੌਰ ਤੇ ਕਰਦੇ ਹਨ। ਇਹੋ ਜਿਹਾ ਕੰਮ ਕਰਦੇ ਕਿ ਲੋਕਾਂ ਨੂੰ ਪਤਾ ਵੀ ਨਾ ਚੱਲ ਜਾਵੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੀ ਸ਼ਹਾਦਤ ਬਹੁਤ ਗੁਪਤ ਤਰੀਕੇ ਦੇ ਨਾਲ ਹੋਈ ਹੈ। ਸ਼ਹਾਦਤ ਦੇ ਪਿਆਰਿਓ ਬਹੁਤ ਜ਼ਿਆਦਾ ਕਾਰਨ ਬਣੇ। ਸਭ ਤੋਂ ਵੱਡਾ ਕਾਰਨ ਜਿਹੜਾ ਹੈ ਗੁਰਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ। ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਇਹ ਪੰਜਾਬ ਦੇ ਪੂਰੇ ਇਲਾਕੇ ਦੇ ਵਿੱਚ, ਕਿਉਂਕਿ ਇਸਲਾਮ ਦਾ ਰਾਜ ਸੀ, ਕੱਟਰਵਾਦ ਦਾ ਰਾਜ ਸੀ, ਇਹਨਾਂ ਨੇ ਕਹਿ ਦਿੱਤਾ ਸੀ ਕਿ ਭਾਈ ਜਿੰਨੇ ਵੀ ਇਹ ਹਿੰਦੂ ਹਨ, ਅਨਮਤੀਏ ਹਨ,
ਪ੍ਰੇਮ ਦੇ ਨਾਲ ਜਾਂ ਜ਼ਬਰੀ ਜਿਹੜਾ ਹੈ ਇਹਨਾਂ ਨੂੰ ਕਨਵਰਟ ਕੀਤਾ ਜਾਵੇ, ਇਸਲਾਮ ਦੇ ਵਿੱਚ ਲਿਆਇਆ ਜਾਵੇ। ਤੇ ਪੰਜਾਬ ਦੇ ਵਿੱਚ ਪ੍ਰਚਾਰ ਪ੍ਰਸਾਰ ਦਾ ਜ਼ਿੰਮਾ ਜਿਹੜਾ ਹੈ ਨਕਸ਼ਬੰਦੀ ਲਹਿਰ ਦਾ ਆਗੂ ਜਿਹੜਾ ਸ਼ੇਖ ਅਹਿਮਦ ਸਰਹੰਦੀ, ਇਹ ਪਾਪੀ ਦਾ ਵੀ ਨਾਮ ਨਾ ਭੁੱਲਣਾ ਕਰੋ, ਇਹਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਤੇ ਕਿਉਂਕਿ ਸਮਾਂ ਪਿਆਰਿਓ ਜ਼ਿਆਦਾ ਨਹੀਂ, ਆਪਾਂ ਸੰਖੇਪ ਦੇ ਵਿੱਚ ਇਹਦੀ ਵਿਚਾਰ ਕਰਨੀ। ਤੇ ਇਹਨੇ ਸ਼ੇਖ ਅਹਿਮਦ ਸਰਹੰਦੀ ਨੇ ਜਦੋਂ ਇਸਲਾਮ ਦਾ ਪ੍ਰਚਾਰ ਕਰਨਾ ਕੀਤਾ ਤੇ ਇਹਨੇ ਕੀ ਤੱਕਿਆ ਕਿ ਪੰਜਾਬ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਜਦੋਂ ਤੱਕ ਸਤਿਗੁਰੂ ਮਹਾਰਾਜ ਜੀ ਦਾ ਪ੍ਰਚਾਰ ਰਹੇਗਾ, ਸਿੱਖੀ ਦਾ ਪ੍ਰਚਾਰ ਰਹੇਗਾ, ਅਸੀਂ ਇਸਲਾਮ ਦਾ ਪ੍ਰਚਾਰ ਨਹੀਂ ਕਰ ਸਕਦੇ। ਕਿਉਂਕਿ ਬਹੁਤ ਸਾਰਾ ਹਿੰਦਵਾਣਾ ਜਿਹੜਾ ਹੈ ਉਹ ਸਿੱਖੀ ਮਤ ਦੇ ਨਾਲ ਪ੍ਰਭਾਵਿਤ ਹੋ ਰਿਹਾ ਸੀ, ਉਹ ਸਿੱਖ ਬਣ ਰਹੇ। ਲੇਕਿਨ ਇਹਦੇ ਨਾਲ ਨਾਲ ਬਹੁਤ ਸਾਰੇ ਅਣਗਿਣਤ ਮੁਸਲਮਾਨ ਵੀ ਜਿਹੜਾ ਹੈ ਉਹਨਾਂ ਦਾ ਵੀ ਰੁਝਾਨ ਸਿੱਖੀ ਦੇ ਪ੍ਰਤੀ ਵੱਧ ਰਿਹਾ। ਮੁਸਲਮਾਨ ਜਿਹੜੇ ਕੱਟੜ ਲੋਕ ਸਨ, ਸਤਿਗੁਰੂ ਮਹਾਰਾਜ ਜੀ ਦਾ ਨਿਰਮਲ ਪੰਥ ਵੇਖ ਕਰਕੇ, ਨਿਰਮਲ ਮਾਰਗ ਵੇਖ ਕਰਕੇ ਉਹਨਾਂ ਨੇ ਆਪਣੇ ਧਰਮ ਦਾ ਤਿਆਗ ਕਰਕੇ ਉਹ ਵੀ ਪਿਆਰਿਓ ਸਿੱਖੀ ਦੇ ਵਿੱਚ ਸ਼ਾਮਿਲ ਹੋ ਰਹੇ ਸਨ। ਸ਼ੇਖ ਅਹਿਮਦ ਸਰਹੰਦੀ ਨੇ ਬਹੁਤ ਸਾਰੀਆਂ ਸ਼ਿਕਾਇਤਾਂ ਭੇਜੀਆਂ। ਅੱਜ ਪਿਆਰਿਓ ਜਿਹੜੇ ਵਿਦਵਾਨ ਜਿਨ੍ਹਾਂ ਨੇ ਉਹਨਾਂ ਦੇ ਦਸਤਾਵੇਜ਼ਾਂ ਦੀ ਖੋਜ ਕਰਨੀ ਕੀਤੀ, ਉਹਨਾਂ ਨੇ ਕਿਹਾ ਕਿ ਤਕਰੀਬਨ ਪਿਆਰਿਓ 73 ਜਿਹੜੇ ਤੇ ਸ਼ਿਕਾਇਤ ਪੱਤਰ ਉਹਨਾਂ ਨੂੰ ਪ੍ਰਾਪਤ ਹੋਏ, ਜਿਹਦੇ ਵਿੱਚ ਇਹਨਾਂ ਮਲਾਣਿਆਂ ਨੇ ਜ਼ਿਆਦਾ ਕਰਕੇ ਸ਼ੇਖ ਅਹਿਮਦ ਸਰਹੰਦੀ ਜਿਹੜਾ ਨਕਸ਼ਬੰਦੀ ਲਹਿਰ ਦਾ ਆਗੂ, ਔਰ ਵੀ ਬਹੁਤ ਸਾਰੇ ਮਲਾਣਿਆਂ ਨੇ ਬਾਰ-ਬਾਰ ਸ਼ਿਕਾਇਤਾਂ ਕੀਤੀਆਂ ਕਿ ਬਾਦਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਰਾਸਤੇ ਤੋਂ ਹਟਾ ਤਾਂ ਇਸਲਾਮ ਦਾ ਪ੍ਰਚਾਰ ਹੋਵੇਗਾ। ਤੂੰ ਤਾਂ ਕਹਿੰਦਾ ਨਾ ਲੋਕਾਂ ਨੂੰ ਇਸਲਾਮ ਦੇ ਵਿੱਚ ਲੈ ਕੇ ਆਉਣਾ, ਲੇਕਿਨ ਇੱਥੇ ਇਸਲਾਮੀ ਮਤ ਦੇ ਉਹ ਸਿੱਖੀ ਦੇ ਵਿੱਚ ਕਨਵਰਟ ਹੋ ਰਹੇ ਹਨ। ਇਹ ਵੀ ਪਿਆਰਿਓ ਸਭ ਤੋਂ ਵੱਡਾ ਕਾਰਨ ਤੇ ਮੂਲ ਜਿਹੜੀ ਸ਼ੁਰੂਆਤ ਜਿਹੜੀ ਹੋਈ ਹੈ ਤੇ ਘਰ ਦਾ ਕਲੇਸ਼ ਜਿਹੜਾ ਹੈ। ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋਈ, ਸਭ ਤੋਂ ਵੱਡਾ ਵੈਰੀ ਜਿਹੜਾ ਹੈ ਮਹਾਰਾਜ ਜੀ ਦਾ ਵੱਡਾ ਭਰਾ ਪ੍ਰਿਥੀਆ ਬਣ ਗਿਆ। ਅੱਤ ਦਾ ਪਿਆਰਿਓ ਉਹਨੇ ਵੈਰ ਕਰਨਾ ਕੀਤਾ, ਇਹੋ ਜਿਹਾ ਵੈਰ ਕੀਤਾ ਦੁਸ਼ਮਣ ਵੀ ਇਹੋ ਜਿਹਾ ਵੈਰ ਨਹੀਂ ਕਰ ਸਕਦਾ। ਇੰਨੀ ਵੈਰ ਦੀ ਭਾਵਨਾ ਜਿਹੜਾ ਪ੍ਰਿਥੀਏ ਨੇ ਨਿਭਾਉਣੀ ਕੀਤੀ ਹੈ। ਉਹੀ ਤਾਂ ਪਿਆਰਿਓ ਸਰਕਾਰੀ ਸ਼ੁਰੂਆਤ ਤਾਂ ਆਰੰਭਤਾ ਉਹਨੇ ਕਰਨੀ ਕੀਤੀ। ਸਰਕਾਰੀ ਦਰਬਾਰੀ ਜਾ ਕਰਕੇ ਨਿਤ ਸ਼ਿਕਾਇਤਾਂ ਕਰਨੀਆਂ, ਨਿਤ ਮਾਇਆ ਦੇ ਕਰਕੇ। ਦਾਸ ਨੇ ਜਿਹੜਾ ਬਚਨ ਕੀਤਾ ਸੀ ਨਾ, ਸੁਲਹੀ ਆਇਆ ਸਲੱਬੀ ਆਇਆ, ਇਹ ਆਪਣੇ ਮਨ ਨਾਲ ਨਹੀਂ ਆਏ ਸਨ ਪਿਆਰਿਓ, ਇਹਨਾਂ ਨੂੰ ਚੜਾ ਚੜਾ ਕਰਕੇ ਲਿਆਇਆ ਗਿਆ। ਪ੍ਰਿਥੀਆ ਜਾ ਕਰਕੇ ਕਹਿੰਦਾ ਸੀ ਕਿ ਭਾਈ ਮੇਰੇ ਤੋਂ ਮਾਇਆ ਲੈ ਲਿਓ ਤੇ ਤੁਸੀਂ ਫੌਜਾਂ ਲੈ ਕੇ ਆਓ। ਮੇਰਾ ਨਿੱਕਾ ਭਰਾ ਜ਼ਬਰੀ ਜਿਹੜਾ ਤਖਤ ਦੇ ਉੱਤੇ ਬੈਠ ਗਿਆ, ਗੁਰੂ ਬਣ ਗਿਆ, ਇਹਨੂੰ ਮਾਰ ਕਰਕੇ ਹਟਾ ਦਿਓ, ਮੈਂ ਗੁਰੂ ਬਣ ਜਾਵਾਂਗਾ, ਤੁਹਾਨੂੰ ਮਾਇਆ ਦੇ ਦੇਵਾਂਗਾ, ਤੁਹਾਡੇ ਇਸਲਾਮ। ਇਹਨੇ ਪਿਆਰਿਓ ਹੱਦ ਮੁਕਾ ਦਿੱਤੀ। ਤੇ ਸਰਕਾਰੀ ਦਰਬਾਰੀ ਤਾਂ ਚੁਗਲੀਆਂ ਕਰਦਾ ਸੀ, ਲੇਕਿਨ ਇਹਦੇ ਮਨ ਵਿੱਚ ਇਹੀ ਸੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਘਰ ਵਿੱਚ ਕੋਈ ਸੰਤਾਨ ਨਹੀਂ ਹੈ। ਜਦੋਂ ਕਦੇ ਵੀ ਇਹਨਾਂ ਨੇ ਮੈਂ ਆਪਣੀ ਸਕੀਮ ਦੇ ਵਿੱਚ ਕਾਮਯਾਬ ਹੋ ਗਿਆ, ਇਹਨਾਂ ਨੂੰ ਰਾਸਤੇ ਤੋਂ ਮੈਂ ਹਟਾ ਦਿੱਤਾ ਤੇ ਖੁਦ ਬ ਖੁਦ ਗੁਰਤਾ ਗੱਦੀ ਜਿਹੜੀ ਹੈ ਮੇਰੇ ਘਰ ਦੇ ਵਿੱਚ ਆ ਜਾਵੇਗੀ। ਇਸ ਕਰਕੇ ਪਿਆਰਿਓ ਇਹਨੇ ਬੜੇ ਯਤਨ ਕਰਨੇ ਕੀਤੇ। ਜਦੋਂ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਜਨਮ ਹੋਇਆ, ਤਾਂ ਪਿਆਰਿਓ ਇਹਨੇ ਹੱਦ ਮੁਕਾ ਦਿੱਤੀ ਹੈ। ਆਪਣੇ ਭਤੀਜੇ ਨੂੰ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਖਤਮ ਕਰਨ ਵਾਸਤੇ 3 ਵਾਰੀ ਇਹਨੇ ਕਾਤਲਾਨਾ ਹਮਲਾ ਕਰਨਾ ਕੀਤਾ। ਸਭ ਤੋਂ ਪਹਿਲੇ ਦਾਈ ਦੇ ਹੱਥੋਂ ਜ਼ਹਿਰ ਭੇਜਿਆ, ਬਾਹਮਣ ਦੇ ਹੱਥੋਂ ਜ਼ਹਿਰ ਜਿਹੜਾ ਹੈ ਦਹੀਂ ਦੇ ਵਿੱਚ ਮਿਲਾ ਕਰਕੇ ਭੇਜਿਆ ਗਿਆ। ਤੀਜੀ ਵਾਰੀ ਸਪੇਲਾ ਜਿਹੜਾ ਸੀ ਉਹਦੇ ਹੱਥੋਂ ਫਰੀਆਰ ਸੱਪ ਜਿਹੜਾ ਫੜ ਕਰਕੇ, ਜਿੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਲ ਅਵਸਥਾ ਦੇ ਵਿੱਚ ਰੇੜ ਰਹੇ ਸਨ, ਸਤਿਗੁਰੂ ਮਹਾਰਾਜ ਜੀ ਦੇ ਵੱਲ ਵੱਡਾ ਸਾਰਾ ਜਿਹੜਾ ਫਣੀਅਰ ਨਾਗ ਭੇਜ ਦਿੱਤਾ, ਇਹ ਮਾਰੇ ਡੰਗ ਮਹਾਰਾਜ ਜੀ ਖਤਮ ਹੋ ਜਾਣ। ਇੰਨੀਆਂ ਕੋਝੀਆਂ ਹਰਕਤਾਂ ਇਹਨੇ ਕਰਨੀਆਂ ਕੀਤੀਆਂ, ਇਹਦਾ ਬਾਜ ਵੀ ਉਗੜ ਗਿਆ, ਫਿਰ ਵੀ ਮਹਾਰਾਜ ਜੀ ਨੇ ਇਹਨੂੰ ਸ਼ਮਾ ਕਰ ਦਿੱਤਾ। ਇਹ ਵੀ ਪਿਆਰਿਓ ਸ਼ਹਾਦਤ ਦਾ ਇੱਕ ਬਹੁਤ ਵੱਡਾ ਕਾਰਨ ਸੀ। ਤੇ ਨਾਲ ਇੱਕ ਬੇਨਤੀ ਹੈ ਕਿ ਆ ਜਿਹੜਾ ਬਾਦਸ਼ਾਹ ਜਿਹੜਾ ਹੈ, ਕਿਉਂਕਿ ਇਤਿਹਾਸ ਦੇ ਵਿੱਚ ਤਾਂ ਇਹੀ ਆਇਆ, ਇਹ ਕੋਈ ਵੀ ਕੰਮ ਕਰਦੇ ਨਾ ਬੜੇ ਚਲਾਕੀ ਦੇ ਨਾਲ ਕੰਮ ਕਰਦੇ। ਪਹਿਲਾਂ ਵੀ ਦਾਸ ਨੇ ਬੇਨਤੀ ਕੀਤੀ, ਬਹੁਤ ਰਹੱਸਮਈ ਤਰੀਕੇ ਦੇ ਨਾਲ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ।
ਬੇਸ਼ੱਕ ਆਰਡਰ ਇਹਦਾ ਸੀ ਜਹਾਂਗੀਰ ਦਾ, ਲੇਕਿਨ ਇਹਨੇ ਆਰਡਰ ਚੰਦੂ ਤੋਂ ਫਾਲੋ ਕਰਵਾਉਣਾ ਕੀਤਾ, ਕਿਉਂਕਿ ਪਤਾ ਸੀ ਇਹਨੂੰ ਕਿ ਜੇ ਸਤਿਗੁਰੂ ਮਹਾਰਾਜ ਜੀ ਨੂੰ ਮੈਂ ਸ਼ਹੀਦ ਕਰਦਾ, ਮੈਂ ਮਾਰਦਾ, ਤੇ ਲੋਕਾਂ ਦੇ ਵਿੱਚ ਬਗਾਵਤ ਫੈਲ ਜਾਵੇਗੀ, ਲੋਕਾਂ ਨੇ ਬਗਾਵਤੀ ਬਣ ਜਾਣਾ, ਤੇ ਹੋ ਸਕਦਾ ਮੇਰਾ ਰਾਜ ਵੀ ਖਤਰੇ ਤੇ ਆ ਜਾਵੇਗਾ। ਸਿਆਣੇ ਕਹਿੰਦੇ ਨਾ ਕਿ ਭਾਈ ਸੱਪ ਨੂੰ ਵੀ ਮਾਰ ਦਿਓ ਤੇ ਡਾਂਗ ਨੂੰ ਵੀ ਬਚਾ ਦਿਓ। ਇਹਨੇ ਇਸ ਪਾਲਿਸੀ ਦੇ ਨਾਲ ਕੰਮ ਕਰਨਾ ਕੀਤਾ। ਤੇ ਪਿਆਰਿਓ, ਇਤਿਹਾਸ ਕਿਉਂਕਿ ਜ਼ਿਆਦਾਤਰ ਤਾਂ ਫਿਰ ਇਹਨੇ ਚੰਦੂ ਨੂੰ ਕਹਿ ਕਰਕੇ ਸਾਰਾ ਕੰਮ ਕਰਵਾਇਆ। ਫਿਰ ਬਾਅਦ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਇਹਦੀ ਜਦੋਂ ਮੁਲਾਕਾਤ ਹੁੰਦੀ, ਇਹਨੇ ਚੰਦੂ ਨੂੰ ਮਹਾਰਾਜ ਜੀ ਦੇ ਹਵਾਲੇ ਕਰ ਦਿੱਤਾ। ਫਿਰ ਸਿੱਖਾਂ ਨੂੰ ਲੱਗਿਆ ਕਿ ਲਓ, ਇਹਨੂੰ ਆਪਣੇ ਗਲਤੀ ਦਾ ਅਹਿਸਾਸ ਹੋ ਗਿਆ, ਤੇ ਚੰਦੂ ਦੇ ਚੁੱਕਣ ਕਰਕੇ, ਕੰਨ ਭਰਾਉਣ ਕਰਕੇ, ਇਹ ਗਲਤੀ ਦੇ ਵਿੱਚ ਆ ਕਰਕੇ ਮਹਾਰਾਜ ਜੀ ਨੂੰ ਇਹਨੇ ਸਜ਼ਾ ਦੇ ਦਿੱਤੀ। ਲੇਕਿਨ ਪਿਆਰਿਓ, ਜਦੋਂ ਸਾਡੇ ਵਿਦਵਾਨ, ਸਾਡੇ ਸਕਾਲਰ ਜਿਹੜੇ, ਜਦੋਂ ਉਹ ਵਾਜਦੇ ਪੜ੍ਹਦੇ ਇਹਦੇ ਸ਼ਾਹੀ ਦਸਤਾਵੇਜ਼ ਉਹਦੇ ਹੱਥ ਦੇ ਵਿੱਚ, ਸਿੰਘਾਂ ਦੇ ਹੱਥ ਵਿੱਚ ਲੱਗੇ, ਤਾਂ ਪਿਆਰਿਓ ਪੂਰਾ ਸ਼ਹਾਦਤ ਦਾ ਪ੍ਰਸੰਗ ਹੀ ਬਦਲ ਗਿਆ। ਇਹ ਜਹਾਂਗੀਰ ਜਿਹੜਾ ਆਪਣੀ ਨਿਤ ਦੀ ਡਾਇਰੀ ਲਿਖਦਾ ਸੀ, ਉਹਦਾ ਨਾਮ ਸੀ ਤੁਝ ਕੇ ਜਹਾਂਗੀਰੀ ਕਰਕੇ। ਇਹਨੇ ਬੇਬਾਕੀ ਦੇ ਨਾਲ ਲਿਖ ਦਿੱਤਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਇਹਨਾਂ ਨੇ ਆਪਣੀ ਝੂਠ ਦੀ ਦੁਕਾਨ ਨੂੰ ਬੁਲੰਦ ਕਰਨਾ ਕੀਤਾ। 3-4 ਪੁਸ਼ਤਾਂ ਤੋਂ ਇਹਨਾਂ ਦੀ ਝੂਠ ਦੀ ਦੁਕਾਨ ਚੱਲ ਰਹੀ ਹੈ, ਤੇ ਇਹਨਾਂ ਨੇ ਸ਼ਹਿਜ਼ਾਦਾ ਖੁਸਰੋ ਜਿਹੜਾ ਹੈ, ਜੋ ਬਗਾਵਤੀ ਬਣ ਗਿਆ, ਉਹਨੂੰ ਇਹਨਾਂ ਨੇ ਪਨਾਹ ਦਿੱਤੀ ਤੇ ਕੇਸਰ ਦਾ ਤਿਲਕ ਲਾਇਆ, ਉਹਦੇ ਹੱਕ ਦੇ ਵਿੱਚ ਦੁਆ ਕਰਨੀ ਕੀਤੀ ਹੈ। ਬਹੁਤ ਸਾਰੇ ਹਿੰਦੂ ਜਿਹੜੇ ਹਨ ਅਣਗਿਣਤ, ਇਹਨਾਂ ਦੇ ਫਰੇਬ ਦੇ ਵਿੱਚ ਆ ਕਰਕੇ ਉਹ ਸਿੱਖ ਬਣ ਰਹੇ, ਤੇ ਇਹਨਾਂ ਨੂੰ ਵੇਖ ਕਰਕੇ ਕੁਛ ਮੂਰਖ ਮਤੀਏ ਮੁਸਲਮਾਨ ਆਪਣੇ ਦੀਨੇ ਇਸਲਾਮ ਦਾ ਤਿਆਗ ਕਰਕੇ ਉਹ ਵੀ ਸਿੱਖਾਂ ਦੇ ਵਿੱਚ ਸ਼ਾਮਿਲ ਹੋ ਰਿਹਾ, ਇਹਨਾਂ ਤੋਂ ਪ੍ਰਭਾਵਿਤ ਹੋ ਰਿਹਾ। ਇਹ ਕਹਿੰਦਾ ਮੇਰੇ ਚਿੱਤ ਵਿੱਚ ਤਾਂ ਆਉਂਦਾ ਕਿ ਇਹਨਾਂ ਦੀ ਝੂਠ ਦੀ ਦੁਕਾਨ ਨੂੰ ਮੈਂ ਉਜਾੜ ਦਵਾਂ, ਨਹੀਂ ਤਾਂ ਸਤਿਗੁਰੂ ਮਹਾਰਾਜ ਜੀ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆ ਕਰਕੇ, ਮਹਾਰਾਜ ਜੀ ਨੂੰ ਇਸਲਾਮ ਦੇ ਵਿੱਚ ਕਨਵਰਟ ਕਰਕੇ, ਜਿੱਥੋਂ ਇਹ ਸਿੱਖੀ ਦਾ ਪ੍ਰਚਾਰ ਕਰਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਉਹਨੂੰ ਵੀ ਮੈਂ ਇਸਲਾਮ ਦੇ ਦਾਇਰੇ ਵਿੱਚ ਲਿਆ ਕਰਕੇ ਉਥੋਂ ਮੈਂ ਇਸਲਾਮ ਦਾ ਪ੍ਰਚਾਰ ਕਰਾਂ। ਇਹਨੇ ਆਪ ਲਿਖਣਾ ਕੀਤਾ, ਤੇ ਯਾਸਾਂ ਦੇ ਤਹਿਤ ਪਿਆਰਿਓ ਇਹਨੇ ਮਹਾਰਾਜ ਜੀ ਨੂੰ ਸਜ਼ਾ ਦਿੱਤੀ ਹੈ। ਇਹ ਯਾਸਤਾਬਕ ਚੰਗੇਜ਼ ਖਾਨ ਦੀ, ਉਹ ਕਹਿੰਦਾ ਕਿ ਕੋਈ ਵੀ ਧਾਰਮਿਕ ਪੁਰਸ਼ ਹੈ, ਧਾਰਮਿਕ ਰਹਿਬਰ ਹੈ, ਜਦੋਂ ਆਪਾਂ ਉਹਦਾ ਕਤਲ ਕਰਦੇ ਆਂ, ਉਹਨੂੰ ਮਾਰਦੇ ਆਂ, ਜੇ ਉਹਦੇ ਲਹੂ ਦੇ ਤੁਪਕੇ ਧਰਤੀ ਤੇ ਗਿਰ ਜਾਣਗੇ ਤੇ ਫਿਰ ਧਰਤੀ ਜਿਹੜੀ ਹੈ ਕਲਰੀ ਹੋ ਜਾਵੇਗੀ। ਧਰਤੀ ਦੇ ਵਿੱਚ ਬਹੁਤ ਸਾਰੇ ਉਹਨਾਂ ਦੇ ਵਰਗੇ ਬਗਾਵਤੀ ਪੈਦਾ ਹੋ ਸਕਦੇ ਹਨ। ਉਹ ਰਾਜ ਜਿਹੜਾ ਜਿੱਥੇ ਇਹਨਾਂ ਮਹਾਂਪੁਰਖਾਂ ਦਾ ਲਹੂ ਗਿਰਦਾ, ਉਹ ਰਾਜ ਗਰਕ ਜਾਂਦਾ। ਇਸ ਕਰਕੇ ਯਾਸਾਂ ਦੀ ਇੱਕ ਸਜ਼ਾ ਬਣਾਈ ਗਈ ਹੈ, ਤੇ ਯਾਸਾਂ ਦੀ ਸਜ਼ਾ ਦੇ ਤਹਿਤ ਕੋਈ ਵੀ ਮਹਾਂਪੁਰਖ ਧਰਮ ਦਾ ਰਹਿਬਰ ਉਹਨੂੰ ਮਾਰਨਾ, ਉਹਨੂੰ ਕੱਟਦੇ ਨਹੀਂ ਸਨ, ਉਹਨਾਂ ਨੂੰ ਮਾਰਿਆ ਝਟਕਾਇਆ ਨਹੀਂ ਜਾਂਦਾ। ਇਸ ਤਹਿਤ ਦੇ ਸਜ਼ਾ ਦੇ ਤਹਿਤ, ਇਸ ਕਾਨੂੰਨ ਦੇ ਤਹਿਤ ਉਹਨਾਂ ਨੂੰ ਸਾੜ ਕਰਕੇ ਇਹੋ ਜੀ ਸਜ਼ਾ ਦਿੱਤੀ ਜਾਂਦੀ ਹੈ, ਜਿਸ ਕਰਕੇ ਇਹਨਾਂ ਦਾ ਲਹੂ ਬਾਹਰ ਨਾ ਨਿਕਲੇ। ਪ੍ਰਸ਼ਾਦਾ ਪਾਣੀ ਬੰਦ ਕਰ ਦਿਓ ਪਿਆਰਿਓ, ਲਹੂ ਬਾਹਰ ਨਿਕਲ ਸਕਦਾ? ਕਦੇ ਵਿਚਾਰ ਕਰੋ, ਗਰਮ ਪਾਣੀ ਦੇ ਵਿੱਚ ਕੋਈ ਬੰਦੇ ਨੂੰ ਉਬਾਲ ਦਿਓ, ਸਰੀਰ ਤਾਂ ਸੜ ਜਾਵੇਗਾ ਲੇਕਿਨ ਲਹੂ ਬਾਹਰ ਨਹੀਂ ਆਵੇਗਾ। ਤੱਤਾ ਰੇਤਾ ਮਹਾਰਾਜ ਜੀ ਦੇ ਤਨ ਦੇ ਉੱਤੇ ਪਵਾਇਆ ਗਿਆ, ਇਸ ਯਾਸਾ ਕਾਨੂੰਨ ਦੇ ਤਹਿਤ ਮਹਾਰਾਜ ਜੀ ਦਾ ਲਹੂ ਬਾਹਰ ਨਹੀਂ ਆਇਆ। ਤੱਤੀ ਤਵੀ ਦੇ ਵਿੱਚ ਬਿਠਾਇਆ ਗਿਆ, ਮਹਾਰਾਜ ਜੀ ਦਾ ਲਹੂ ਜਿਹੜਾ ਬਾਹਰ ਨਹੀਂ ਆਇਆ। ਫਿਰ ਇਹ ਕਹਿ ਦਿੱਤਾ ਸੀ ਨਾ ਕਿ ਸਤਿਗੁਰੂ ਮਹਾਰਾਜ ਜੀ ਨੂੰ, ਇੱਥੇ ਪਿਆਰਿਓ ਇਤਿਹਾਸ ਦੇ ਵਿੱਚ ਬਚਨ ਆਇਆ ਕਿ ਸਤਿਗੁਰੂ ਮਹਾਰਾਜ ਜੀ ਦਾ ਜਲ ਪ੍ਰਵਾਹ ਸਿੱਖਾਂ ਨੇ ਕੀਤਾ, ਤੇ ਲੇਕਿਨ ਪਿਆਰਿਓ ਦੂਜੇ ਇਸ ਇਤਿਹਾਸਕਾਰ ਤੇ ਉਹਨਾਂ ਨੇ ਇਹ ਮੰਨਿਆ ਹੈ। ਉਹਨਾਂ ਦੀ ਇਹ ਖੋਜ ਦੱਸਦੀ ਹੈ, ਭਾਈ ਕੇਸਰ ਸਿੰਘ ਜੀ ਸ਼ਿਬਰ ਹੋ ਗਏ ਹਨ, ਤੇ ਭਾਈ ਰਤਨ ਸਿੰਘ ਜੀ ਭੰਗੂ, ਗਿਆਨੀ ਗਿਆਨ ਸਿੰਘ ਜੀ ਆਦਿਕ, ਜਿਨ੍ਹਾਂ ਮਹਾਂਪੁਰਖਾਂ ਨੇ ਖੋਜ ਕੀਤੀ, ਉਹ ਕਹਿੰਦੇ ਸਤਿਗੁਰੂ ਮਹਾਰਾਜ ਜੀ ਦਾ ਸਿੱਖਾਂ ਨੇ ਜਲ ਪ੍ਰਵਾਹ ਨਹੀਂ ਕੀਤਾ। ਗੁਰੂ ਕੇ ਪਿਆਰਿਓ, ਇਹਨਾਂ ਜ਼ਾਲਮਾਂ ਨੇ, ਦੁਸ਼ਟਾਂ ਨੇ ਮਹਾਰਾਜ ਜੀ ਨੂੰ ਫੜ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਦੇਹੀ ਦਾ ਇਹਨਾਂ ਨੇ ਜਲ ਪ੍ਰਵਾਹ ਕਰ ਦਿੱਤਾ। ਬਹੁਤ ਸਾਰੇ ਕਾਰਨ ਸਨ, ਚੰਦੂ ਵੀ ਪਿਆਰਿਓ ਇੱਕ ਕਾਰਨ ਬਣਿਆ। ਇਸ ਤਰ੍ਹਾਂ ਬਹੁਤ ਜ਼ਿਆਦੀ ਰਹੱਸਮਈ ਤਰੀਕੇ ਦੇ ਨਾਲ
ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ। ਇੱਕ ਬੇਨਤੀ ਹੈ ਕਿ ਜਹਾਂਗੀਰ ਦੇ ਨਾਲ ਜਦੋਂ ਮਹਾਰਾਜ ਜੀ ਦੀ ਮੁਲਾਕਾਤ ਹੋਈ ਤੇ ਜਹਾਂਗੀਰ ਨੇ ਬਚਨ ਕੀਤਾ ਸੀ, ਮਹਾਰਾਜ ਨੂੰ ਕਿਹਾ ਕਿ ਸਤਿਗੁਰੂ ਮਹਾਰਾਜ ਇੱਕ ਕੰਮ ਕਰੋ, ਸੁਣਿਆ ਤੁਸੀਂ ਇੱਕ ਬਹੁਤ ਵੱਡਾ ਗ੍ਰੰਥ ਬਣਾਇਆ, ਉਹ ਗ੍ਰੰਥ ਦੇ ਵਿੱਚ ਇਸਲਾਮ ਦਾ ਤੁਸੀਂ ਪ੍ਰਚਾਰ ਕਰਨਾ ਕਰੋ। ਉਹ ਗ੍ਰੰਥ ਦੇ ਵਿੱਚ ਲਿਖੋ ਕਿ ਇਸਲਾਮ ਧਰਮ ਬਹੁਤ ਵਧੀਆ ਸਰਵ ਸ੍ਰੇਸ਼ਟ ਹੈ। ਮੁਹੰਮਦ ਸਾਹਿਬ ਜਿਹੜੇ ਹਨ ਅਖੀਰਲੇ ਪੈਗੰਬਰ ਹੋਏ ਹਨ, ਉਹਨਾਂ ਤੋਂ ਅੱਗੇ ਕੋਈ ਪੈਗੰਬਰ ਨਹੀਂ ਹੋਇਆ। ਇਸਲਾਮ ਧਰਮ ਨੂੰ ਮੰਨਣਾ ਚਾਹੀਦਾ, ਉਹਨੂੰ ਫਾਲੋ ਕਰਨਾ ਚਾਹੀਦਾ। ਇਸਲਾਮ ਧਰਮ ਦੀ ਵਾਹਵਾਹੀ ਕਰਨਾ ਕਰੋ ਤੇ ਨਾਲ ਇਹ ਵੀ ਲਿਖ ਦਿਓ ਕਿ ਜਹਾਂਗੀਰ ਵਕਤ ਦਾ ਬਾਦਸ਼ਾਹ ਹੈ, ਇਹਦਾ ਰਾਜ ਬਹੁਤ ਵਧੀਆ ਹਲੀਮੀ ਦਾ ਰਾਜ ਸੀ। ਜੇ ਇਹ ਵੀ ਤੁਸੀਂ ਕਰ ਦਿਓਗੇ, ਇਸਲਾਮ ਦਾ ਪ੍ਰਚਾਰ ਪ੍ਰਸਾਰ ਕਰੋਗੇ, ਮੈਂ ਆਪ ਜੀ ਨੂੰ ਛੱਡ ਦੇਣਾ ਹੈ। ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਬਾਦਸ਼ਾਹ ਜਹਾਂਗੀਰ, ਇਹ ਜੋ ਗੁਰਬਾਣੀ ਹੈ ਇਹ ਸਾਡੀ ਬਾਣੀ ਨਹੀਂ ਹੈ। ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇਹ ਮੇਰਾ ਕੋਈ ਬਚਨ ਨਹੀਂ ਹੈ। ਜਿਸ ਤਰ੍ਹਾਂ ਪ੍ਰਮਾਤਮਾ ਦਾ ਹੁਕਮ ਆਉਂਦਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੇ ਲਾਲੋ। ਇਹ ਮੇਰੀ ਬਾਣੀ ਨਹੀਂ ਹੈ। ਜਿਸ ਤਰ੍ਹਾਂ ਇਹ ਖਸਮ ਦੀ ਬਾਣੀ ਹੈ, ਉਹ ਜਿਸ ਤਰ੍ਹਾਂ ਬੁਲਾਉਂਦਾ ਭਾਈ ਮੈਨੇ ਬੋਲਣਾ ਕੀਤਾ, ਇਹਦੇ ਵਿੱਚ ਮੈਂ ਰਲਾ ਨਹੀਂ ਕਰ ਸਕਦਾ ਹਾਂ। ਜੋ ਮਰਜ਼ੀ ਕਰ ਲੈ ਤੂੰ, ਮੈਨੂੰ ਮਾਰ ਦੇ, ਭਾਵੇਂ ਮੈਨੂੰ ਖਤਮ ਕਰ ਦੇ, ਲੇਕਿਨ ਅਸੀਂ ਜ਼ਬਰੀ ਕਿਹਦਾ ਜਸ ਨਹੀਂ ਕਰਨਾ ਜਾਂ ਜ਼ਬਰੀ ਅਸੀਂ ਕਿਹਦੀ ਨਿੰਦਿਆ ਨਹੀਂ ਕਰਦੇ ਆ। ਇਹ ਸਾਡੀ ਬਾਣੀ ਨਹੀਂ ਹੈ, ਇਹ ਦਰਗਾਹ ਦੀ ਬਾਣੀ ਹੈ। ਫਿਰ ਜਹਾਂਗੀਰ ਨੇ ਕਿਹਾ ਕਿ ਜੇ ਮਹਾਰਾਜ ਮੇਰਾ ਬਚਨ ਨਹੀਂ ਮੰਨੋਗੇ ਤਾਂ ਫਿਰ ਸਜ਼ਾ ਯਾਫਤਾ ਹੋਣ ਵਾਸਤੇ, ਸਜ਼ਾ ਨੂੰ ਝੱਲਣ ਦੇ ਵਾਸਤੇ ਆਪ ਜੀ ਤਿਆਰ ਹੋ ਜਾਓ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੂੰ ਲਗਾਤਾਰ 5 ਦਿਨਾਂ ਤੱਕ ਅਕਹਿ ਤੇ ਅਸਹਿ ਮਹਾਰਾਜ ਜੀ ਨੂੰ ਕਸ਼ਟ ਦਿੱਤੇ ਗਏ, ਬਹੁਤ ਜ਼ਿਆਦੀਆਂ ਤਸ਼ੱਦਦਾਂ ਦਿੱਤੀਆਂ ਗਈਆਂ। ਫਿਰ ਵੀ ਸਤਿਗੁਰੂ ਮਹਾਰਾਜ ਬੈਠ ਕਰਕੇ ਇਹੀ ਬਚਨ ਕਰਦੇ ਸਨ, ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਕਿ ਸਤਿਗੁਰੂ ਮਹਾਰਾਜ ਪ੍ਰਮਾਤਮਾ ਜੀਓ, ਜੋ ਆਪ ਜੀ ਕਰਦੇ ਹੋ ਮੈਨੂੰ ਉਹ ਮਿੱਠਾ ਲੱਗ ਰਿਹਾ ਹੈ। ਕਿਸੇ ਪਿਆਰਿਓ ਵਿਦਵਾਨ ਨੇ ਬਚਨ ਕਰਨਾ ਕੀਤਾ, ਉਹ ਕਹਿੰਦਾ ਕਿ ਭਾਈ ਜੋ ਆਸ਼ਿਕ ਹੈ ਸ਼ਹਾਦਤ ਕੇ वो जीना छोड़ देते हैं, खिलौना समझ कर तन को खुशी से फोड़ देते हैं, ना ताजो तख्त ना हूरों की हसरत, खुदा अगर खुदाई भी दे वो भी मोड़ देते हैं। शहीद की जो मौत है वो कौम की हयात है, हयात तो हयात है वो मौत भी हयात है। उन्हां शहादत जिन्हां ने शहादत दिती है, उन्हां दी मौत भी प्यारियो पंथ वास्ते, उन्हां दे पैरोकारां वास्ते उन्हां दा जीवन भी अंमृत हुंदा, उन्हां दी शहादत भी जिहड़ी है वो भी प्यारियो अंमृत हो जांदी है। इस तरह सतगुरु सच्चे पातशाह धन साहिब श्री गुरु अर्जन देव जी महाराज जी ने शहादत दा जाम पी करके सारे संसार नूं इह सिक्ख्या दित्ती है कि अजर नूं किस तरह जर के रखना है, किस तरह परमात्मा दे भाणे नूं मिठा करके मनना। इन्हियां को प्यारिओ बेनतियां प्रवान करना करो, क्योंकि अज शहादत दा शहीदी गुरपुरब है। इस वास्ते कथा दे भोग तो बाद रागी सिंह साहिबान एक सतगुरु महाराज जी दे शब्द दा उन्हां ने गायन करना है। फिर बाद दे विच आनंद साहिब जी दा पाठ, फिर अरदास होवेगी, कथा दा भोग पवेगा। इन्हियां को बेनतियां प्रवान करियो। विचार करदे आ बेअंत गलतियां हो गईयां जीओ, माफी बख्शनी आगे तो सुमत। आओ सारे गज बज करके फतेह बुलाइए। वाहिगुरु जी का खालसा, वाहिगुरु जी की फतेह। हे अच्युत हे पार ब्रह्म, अविनाशी अविनाश, हे पूरन हे सर्ब मैं दुख भंजन गुणतास। हे संगी हे निरंकार, हे निर्गुण सब टेका। हे गोबिंद हे गुण निधान, जाकै सदा विवेक। हे अपरंपर हर हरे, है पी होवन हार। हे संतां कै सदा संग, निधारा आधार। हे ठाकुर हूँ दासरो, मैं निर्गुण गुण नहीं कोय। नानक दीजै नाम दान, राखों ही है परोए।
ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ। 10ਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦਨੋ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਵਨਿਧ ਆਵੈ ਤਹੋਏ। ਸਭ ਥਾਈ ਹੋਏ ਸਹਾਇ। 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ। ਅਵਤਾਰ ਬਨਾਇਆ ਜਪਿਆਓ ਜਿਨ ਅਰਜੁਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨਾ ਆਇਆ। ਐਸੇ ਦੀਨ ਦਿਆਲ ਸਤਿਗੁਰੂ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ। ਕਲਯੁਗ ਦੇ ਉਧਾਰ ਕਰਦਾ ਕਲਯੁਗ ਦੇ ਜਹਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਆਪ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਪਿਛਲੇ 5 ਦੀਵਾਨਾਂ ਦੇ ਵਿੱਚ ਸ਼ਹਾਦਤ ਦੇ ਪ੍ਰਸੰਗਾਂ ਦੀ ਵਿਚਾਰ ਕੀਤੀ ਗਈ ਸੀ। ਕਥਾ ਕਰਦਿਆਂ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫੀ ਬਖਸ਼ਣੀ। ਅੱਗੇ ਤੋਂ ਸਮਤ ਬਖਸ਼ਣੀ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ। ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ ਕਾਰਜ ਰਾਸ ਕਰਨੇ। ਹਰ ਮੈਦਾਨ ਫਤਿਹ ਕਰਨਾ ਸਤਿਗੁਰੂ ਜੀਓ। ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਜੀਓ ਆਪ ਜੀ ਕੈ ਹਜ਼ੂਰ ਸ਼ਬਦ ਬਾਣੀ ਸ੍ਰੀ ਆਨੰਦ ਸਾਹਿਬ ਜੀ ਕੀ ਅਰਦਾਸ। ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਮਿਸ਼ਤਾਨ ਪ੍ਰਸ਼ਾਦ ਸਰਦਾਈ ਪ੍ਰਸ਼ਾਦ ਔਰ ਬੇਅੰਤ ਪ੍ਰਸ਼ਾਦ ਫਲ ਪ੍ਰਸ਼ਾਦ ਹਾਜ਼ਰ ਹੈ। ਆਪ ਜੀ ਨੂੰ ਭੋਗ ਲੱਗੇ ਆਦ ਸੰਗਤਾਂ ਨੂੰ ਮਿਲੇ। ਸੁਖ ਹੋਵੇ ਨਾਮ ਚਿਤ ਆਵੇ ਸਿੱਖ। ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਣ। ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।